ਚੌਪਈ। ਇਮ ਹਮਰੇ ਸਤ ਗੁਰ ਗੁਣਵੰਤੇ, ਸਿੱਖ ਕੋ ਨੀਕੀ ਬਿਦ ਪਰਖੰਤੇ। ਜਿਸ ਕਰ ਪਾਵੈ ਜਨ ਕਲਿਆਣ, ਇਮ ਉਪਦੇਸ਼ਤ ਹੈ ਹਿਤ ਠਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰਦੇ ਹੋ। ਸਤਿਗੁਰਾਂ ਦੀ ਦਇਆ ਸਦਕਾ ਗੁਰੂ ਪਾਤਸ਼ਾਹ ਦੀ ਪਾਵਨ ਕਥਾ ਆਪਾਂ ਸਾਰਿਆਂ ਨੂੰ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਸ ਵਾਸਤੇ ਸਤਿਗੁਰਾਂ ਦਾ ਰੋਮ ਰੋਮ ਕੋਟਾਨ ਕੋਟ ਸ਼ੁਕਰਾਨਾ ਹੈ, ਲੱਖ ਲੱਖ ਵੇਰੀ ਸ਼ੁਕਰ ਹੈ ਕਿ ਸਾਡੇ ਕੋਈ ਭਾਗ ਸਵੱਲੇ ਕਿ ਸਾਨੂੰ ਸਤਿਗੁਰਾਂ ਦੀ ਉਪਮਾ ਕਰਨ ਤੇ ਸੁਣਨ ਦਾ ਇਹ ਸਮਾਂ ਪ੍ਰਾਪਤ ਹੋਇਆ ਹੈ। ਪਿਆਰੇ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਆਤਮ ਗਿਆਨ ਦਾ ਉਪਦੇਸ਼ ਦੇ ਰਹੇ ਨੇ। ਪਿਛਲੇ ਪ੍ਰਕਰਣ ਵਿੱਚ ਦੱਸਿਆ ਹੈ ਕਿ ਨਿਸ਼ਕਾਮਤਾ ਕੀ ਹੈ, ਨਿਰਧਨੀ ਕੌਣ ਹੈ, ਧਨੀ ਕੌਣ ਹੈ। ਇਸੇ ਤਰ੍ਹਾਂ 5 ਤਰ੍ਹਾਂ ਦੇ ਕਰਮ ਦੱਸੇ ਨੇ। ਗੁਰੂ ਬਾਰੇ ਦੱਸਿਆ ਕਿ ਬ੍ਰਹਮਨੇਸ਼ਟੀ ਬ੍ਰਹਮ ਸ਼ਰੋਤਰੀ ਗੁਰੂ ਹੈ। ਅਧਿਕਾਰੀ ਕੌਣ ਹੈ, ਉਹਦੇ 4 ਸਾਧਨ ਦੱਸੇ ਨੇ, ਵਿਰਾਗ, ਵਿਵੇਕ, ਖਟ ਸੰਪਤੀ। ਖਟ ਸੰਪਤੀ ਦਾ ਵਿਸਥਾਰ ਕਰੀਏ ਤਾਂ ਉਹਦੇ ਵਿੱਚ ਗਿਣਤੀ ਆਉਂਦੀ ਹੈ ਸਮ, ਦਮ, ਸਮਾਧਾਨ, ਉਪਰਤੀ, ਤਤਿਕਸ਼ਾ, ਸ਼ਰਧਾ। ਤਾਂ ਇਸ ਤਰ੍ਹਾਂ ਉਹ ਗੁਣ ਆ ਜਾਂਦੇ। ਫਿਰ ਅਖੀਰਲਾ ਚੌਥਾ ਸਾਧਨ ਹੈ ਮਮੋਕਸ਼ੂ ਹੋਣਾ। ਇਹ ਸਾਰਾ ਵਿਸਥਾਰ ਆਪਾਂ ਪਿਛਲੇ ਪ੍ਰਸੰਗ ਵਿੱਚ ਸੁਣਿਆ। ਇਹ ਵੀ ਸੁਣਿਆ ਕਿ ਬ੍ਰਹਮਨੇਸ਼ਟੀ ਬ੍ਰਹਮ ਸ਼ਰੋਤਰੀ ਗੁਰੂ ਕੌਣ ਹੈ, ਔਰ ਕੱਲਾ ਬ੍ਰਹਮਨੇਸ਼ਟੀ ਜਿਹੜਾ ਹੈ ਉਹ ਵੀ ਨਹੀਂ ਤਾਰ ਸਕਦਾ ਤੇ ਕੱਲਾ ਬ੍ਰਹਮ ਸ਼ਰੋਤਰੀ ਵੀ ਨਹੀਂ ਤਾਰ ਸਕਦਾ। ਇਸ ਕਰਕੇ ਬ੍ਰਹਮ ਸ਼ਰੋਤਰੀ ਦੇ ਨਾਲ ਨਾਲ ਬ੍ਰਹਮਨੇਸ਼ਟੀ ਹੋਣਾ ਅਤੀ ਜ਼ਰੂਰੀ ਹੈ, ਤੇ ਜਿੱਥੇ ਬ੍ਰਹਮਨੇਸ਼ਟੀ ਆ ਉੱਥੇ ਉਹਦੇ ਨਾਲ ਬ੍ਰਹਮ ਸ਼ਰੋਤਰੀ ਹੋਣਾ ਵੀ ਜ਼ਰੂਰੀ ਹੈ। ਸਾਡੇ ਸਤਿਗੁਰੂ ਜੀ ਪੂਰੇ ਸਤਿਗੁਰੂ ਜੀ ਹਨ, ਉਹ ਬ੍ਰਹਮਨੇਸ਼ਟੀ ਵੀ ਨੇ, ਬ੍ਰਹਮ ਸ਼ਰੋਤਰੀ ਵੀ ਨੇ। ਸੋ ਐਸੇ ਦਿਆਲੂ ਸਤਿਗੁਰਾਂ ਦੇ ਪਾਵਨ ਸੰਬੰਧ ਵਿੱਚ ਜੋ ਵਿਚਾਰਾਂ ਸਨ ਉਹ ਪਿਆਰੇ ਭਾਈ ਦਇਆ ਸਿੰਘ ਜੀ ਦੀਆਂ ਆਪਾਂ ਸਰਵਣ ਕੀਤੀਆਂ। ਹੋਰ ਵਿਚਾਰਾਂ ਵੀ ਦੱਸ ਰਹੇ ਨੇ। ਅਧਿਕਾਰੀ ਕੌਣ ਹੈ, ਸੇਵਾ ਕੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਪਾਵਨ ਜਸ ਨੂੰ ਸਰਵਣ ਕਰੀਏ, ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ।
ਇਮ ਹਮਰੇ ਸਤ ਗੁਰ ਗੁਣਵੰਤੇ। ਇਸ ਤਰ੍ਹਾਂ ਸਾਡੇ ਸਤਿਗੁਰੂ ਜੀ ਬੜੇ ਗੁਣਾਂ ਵਾਲੇ ਹਨ, ਜਾਂ ਇਸ ਤਰ੍ਹਾਂ ਕਹਿ ਲਈਏ ਸਾਰੇ ਗੁਣ ਹੀ ਸਤਿਗੁਰਾਂ ਦੇ ਹਿਰਦੇ 'ਚ ਉਤਪੰਨ ਹੁੰਦੇ ਹਨ। ਪੂਰੇ ਸਤਿਗੁਰੂ ਬ੍ਰਹਮਨੇਸ਼ਟੀ ਤੇ ਬ੍ਰਹਮ ਸ਼ਰੋਤਰੀ ਹਨ, ਜੋ ਆਪਣੇ ਸਿੱਖ ਦੀ ਅਵਸਥਾ ਵੇਖ ਕੇ ਉਸ ਨੂੰ ਉਪਦੇਸ਼ ਦਿੰਦੇ ਨੇ। ਜੈਸਾ ਕੋਈ ਅਧਿਕਾਰੀ ਹੁੰਦਾ ਹੈ ਉਹਨੂੰ ਤੈਸਾ ਉਪਦੇਸ਼ ਬਖਸ਼ ਕੇ ਨਿਹਾਲ ਕਰਦੇ ਹਨ। ਗੁਰੂ ਖਾਲਸਾ ਜੀ ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ, ਇੱਕ ਡੱਗੀ ਵਾਲਾ ਵਪਾਰੀ ਟੁਰਿਆ ਆਉਂਦਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਸਤਿਗੁਰਾਂ ਆਖਿਆ ਕੀ ਕਰਦਾ ਹੁੰਨਾ? ਕਹਿੰਦਾ ਜੀ ਲੂਣ ਖੰਡ ਆਟਾ ਇਹ ਵੇਚਦਾ ਹੁੰਨਾ। ਪਾਤਸ਼ਾਹ ਕਹਿੰਦੇ ਕਿਸ ਸ਼ੈ ਨਾਲ ਤੋਲ ਕੇ ਦਿੰਨਾ? ਵੱਟੇ ਵਿਖਾਣ ਲੱਗਾ। ਸਭ ਤੋਂ ਛੋਟਾ ਵੱਟਾ ਪਾਈਆ ਦਾ ਸੀ। ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਇਹ ਧੰਨ ਹੈ ਜਿਹੜਾ ਆਪਣੇ ਆਪ ਨੂੰ ਸਭ ਤੋਂ ਛੋਟਾ ਸਦਾਉਂਦਾ। ਬਸ ਕਿਰਪਾ ਦ੍ਰਿਸ਼ਟੀ ਕੀਤੀ, ਉਸ ਵਪਾਰੀ ਨੂੰ ਬ੍ਰਹਮ ਗਿਆਨ ਬਖਸ਼ ਦਿੱਤਾ। ਭਾਈ ਮਰਦਾਨੇ ਨੇ ਪੁੱਛਿਆ ਮਹਾਰਾਜ ਇਹ ਤੁਹਾਨੂੰ ਪਹਿਲਾਂ ਮਿਲਿਆ ਨਹੀਂ, ਕੋਈ ਇਹਨੇ ਸਾਧਨਾ ਨਹੀਂ ਕੀਤੀ, ਕੋਈ ਸੇਵਾ ਟਹਿਲ ਨਹੀਂ ਕੀਤੀ, ਅੱਜ ਹੀ ਮਿਲਿਆ, ਅੱਜ ਹੀ ਨਿਹਾਲ ਕਰ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਦੀਵਾ ਤਿਆਰ ਸੀ, ਬੱਤੀ ਵੀ ਪਈ ਹੋਈ ਸੀ, ਤੇਲ ਵੀ ਸੀ, ਅਸੀਂ ਤਾਂ ਬਸ ਜੋਤ ਲਾ ਕੇ ਉਸ ਨੂੰ ਜਗਾਇਆ ਹੈ। ਹੁਣ ਜਿਸ ਦਾ ਦੀਵਾ ਬਣ ਗਿਆ ਉਹਨੂੰ ਬ੍ਰਹਮ ਗਿਆਨ ਦੇ ਉਪਦੇਸ਼ ਦੀ ਜ਼ਰੂਰਤ ਹੁੰਦੀ ਹੈ। ਜਿਸ ਦਾ ਹਾਲੇ ਦੀਵਾ ਤਿਆਰ ਨਹੀਂ ਹੋਇਆ, ਵਿੱਚ ਕਮੀ ਹੈ, ਉਹਨੂੰ ਉਪਾਸ਼ਨਾ ਦੀ ਵੀ ਜ਼ਰੂਰਤ ਹੈ, ਉਹਨੂੰ ਉਪਾਸ਼ਨਾ ਦਾ ਉਪਦੇਸ਼ ਹੈ। ਜਿਸ ਨੇ ਹਾਲੇ ਚੱਲਣਾ ਹੀ ਆ ਉਹਨੂੰ ਕਰਮ ਦਾ ਉਪਦੇਸ਼ ਹੈ। ਤੋ ਇਸ ਤਰ੍ਹਾਂ ਇਹ ਸਤਿਗੁਰੂ ਜੀ ਪਰਖਦੇ ਨੇ ਵੀ ਜਿਹੜਾ ਉਹਨਾਂ ਦੀ ਸ਼ਰਨ ਆਉਂਦਾ ਹੈ ਕਿ ਉਹਨੂੰ ਕਿਹੋ ਜਿਹਾ ਉਪਦੇਸ਼ ਦੇ ਕੇ ਕਿਰਤਾਰਥ ਕਰਨਾ ਹੈ। ਇਹੋ ਜਿਹੇ ਸਾਡੇ ਪੂਰੇ ਸੀ ਹਨ। ਸਿੱਖ ਕੋ ਨੀਕੀ ਬਿਦ ਪਰਖੰਤੇ। ਆਪਣੇ ਸਿੱਖ ਨੂੰ ਚੰਗੀ ਤਰ੍ਹਾਂ ਪਰਖਦੇ ਨੇ ਕਿ ਇਹਦੀ ਕੀ ਅਵਸਥਾ ਹੈ, ਇਹ ਹੁਣ ਕਿਸ ਉਪਦੇਸ਼ ਦਾ ਅਧਿਕਾਰੀ ਹੈ। ਜਿਸ ਕਰ ਪਾਵੇਂ ਜਨ ਕਲਿਆਣ। ਜਿਸ ਉਪਦੇਸ਼ ਨੂੰ ਪ੍ਰਾਪਤ ਕਰਕੇ ਇਸ ਦੀ ਕਲਿਆਣ ਹੋਵੇ, ਇਸ ਦੀ ਮੁਕਤੀ ਹੋਵੇ। ਇਮ ਉਪਦੇਸ਼ਤ ਹੈ ਹਿਤ ਠਾਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਅਧਿਕਾਰੀ ਜਿਨ ਕੀ ਬ੍ਰਿਤੀ ਸੁਖ ਦੁਖ ਮੈਂ ਪਾਰੀ। ਹੁਣ ਸਤਿਗੁਰੂ ਜੀ ਅਧਿਕਾਰੀ ਦੱਸਦੇ ਨੇ, ਅਧਿਕਾਰੀ ਵੇਖਦੇ ਨੇ ਕਿ ਜਿਸ ਦੀ ਬਿਰਤੀ ਸੁਖ ਵਿੱਚ ਔਰ ਦੁੱਖ ਦੇ ਵਿੱਚ ਲੱਗੀ ਹੋਈ ਹੈ, ਭਾਰੀ ਖਚਤ ਹੋਈ ਹੈ, ਕਿ ਜਿਸ ਦੀ ਜਿਹੜੀ ਸੁਰਤੀ ਹੈ ਜਾਂ ਜਿਹਨੂੰ ਆਪਾਂ ਬਿਰਤੀ ਕਹਿੰਦੇ ਆ, ਸੁਖ ਦੇ ਆਇਆਂ ਸੁਖ 'ਚ ਖਚਤ ਹੋ ਜਾਂਦੀ ਹੈ, ਦੁੱਖ ਦੇ ਆਇਆਂ ਦੁੱਖ ਵਿੱਚ ਖਚਤ ਹੋ ਜਾਂਦੀ ਹੈ। ਹਾਂਜੀ। ਰਾਗ ਦ્વੈਖ ਕੇ ਨਿਤ ਅਨੁਸਾਰੀ। ਔਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਰਾਗ ਵੀ ਹੈ, ਦ્વੈਸ਼ ਵੀ ਹੈ, ਵੀ ਇਹ ਮੇਰਾ ਹੈ, ਇਹ ਬਗਾਨਾ ਹੈ, ਇਹ ਪਰਾਇਆ ਹੈ, ਇਹਨੂੰ ਦ્વੈਸ਼ ਕਹਿੰਦੇ ਆ। ਇਹ ਮੇਰਾ ਹੈ, ਇਹਨੂੰ ਰਾਗ ਕਹਿੰਦੇ ਨੇ। ਜਿਨ੍ਹਾਂ ਦੀ ਬਿਰਤੀ ਵਿੱਚ ਰਾਗ ਤੇ ਦ્વੈਸ਼ ਦੋਵੇਂ ਚੱਲਦੇ ਹਨ। ਸੁਤ ਬਿਤ ਆਦ ਪਦਾਰਥ ਸਾਰੇ। ਪੁੱਤਰ ਧਨ ਸੰਪਦਾ ਵਿਭੂਤੀ ਜਿੰਨੇ ਜਿਹੜੇ ਸੰਸਾਰੀ ਪਦਾਰਥ ਹਨ। ਇਨ ਹਿਤ ਬੈਸ ਬਿਤਾਏ ਵਿਚਾਰੇ। ਜਿਹੜੇ ਇਹਨਾਂ ਪਦਾਰਥਾਂ ਦੀ ਵਿਚਾਰ ਕਰਦਿਆਂ ਵਿਚਾਰੇ ਪੁਰਸ਼ ਜਿਹੜੇ ਇਦਾਂ ਦਾ ਜੀਵਨ ਆਪਣਾ ਬਤੀਤ ਕਰਦੇ ਨੇ, ਜਿਹੜੇ ਇਸ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਸੇਵਾ ਤਿਸ ਕੋ ਕਹੇ ਕਰੋ ਧਰਮਕਾਰ। ਉਹਨਾਂ ਨੂੰ ਫਿਰ ਸਤਿਗੁਰੂ ਜੀ ਸੇਵਾ ਬਖਸ਼ਦੇ ਨੇ। ਉਹਨਾਂ ਨੂੰ ਕੀ ਹੁਕਮ ਕਰਦੇ ਐ? ਮਹਾਰਾਜ ਜੀ ਕਹਿੰਦੇ ਭਾਈ ਧਰਮ ਦੀ ਕਿਰਤ ਕਰਿਆ ਕਰੋ, ਕਿਉਂਕਿ ਜਿਹੜਾ ਸੰਸਾਰੀ ਬੰਦਾ ਉਹਨੂੰ ਉਪਦੇਸ਼ ਉਸ ਤਰੀਕੇ ਨਾਲ ਦੇਣਾ, ਉਹਨੂੰ ਸੇਵਾ ਦਾ ਹੁਕਮ ਕਰਦੇ ਆ। ਉਹਨੂੰ ਪਾਤਸ਼ਾਹ ਹੁਕਮ ਕਰਦੇ ਨੇ ਕਿ ਸੱਜਣਾ ਧਰਮ ਦੀ ਕਿਰਤ ਕਰਿਆ ਕਰ, ਧਰਮ ਦੀ ਕਾਰ ਕਰਨੀ ਹੈ। ਸੇਵੋ ਸਿੱਖਨ ਦਿਓ ਆਹਾਰ। ਔਰ ਗੁਰਸਿੱਖਾਂ ਦੀ ਸੇਵਾ ਕਰਨੀ ਹੈ, ਗੁਰਸਿੱਖਾਂ ਨੂੰ ਭੋਜਨ ਛਕਾਉਣਾ। ਗੁਰਸਿੱਖਾਂ ਦੀ ਸੇਵਾ ਉਹ ਕਿਵੇਂ ਕਰਨੀ ਹੈ? ਉਹਨਾਂ ਨੂੰ ਭੋਜਨ ਛਕਾਉਣਾ ਹੈ।
ਜਥਾ ਸ਼ਕਤ ਦਿਓ ਛਾਦਨ ਆਛੇ। ਭੋਜਨ ਛਕਾਉਣਾ ਹੈ ਜੇ ਹੋ ਸਕੇ, ਜਥਾ ਸ਼ਕਤ ਜੇ ਹੋ ਸਕੇ ਸੰਭਵ ਹੋਵੇ ਤਾਂ ਫਿਰ ਉਹਨਾਂ ਗੁਰਸਿੱਖਾਂ ਨੂੰ ਵਸਤਰ ਦੇਣੇ ਆ ਪਹਿਨਣ ਵਾਸਤੇ, ਉਹਨਾਂ ਨੂੰ ਵਸਤਰ ਹਾਜ਼ਰ ਕਰਨੇ ਨੇ। ਜੇ ਹੋ ਸਕੇ ਤਾਂ ਵਸਤਰਾਂ ਦੀ ਸੇਵਾ ਵੀ ਕਰਨੀ ਹੈ। ਚਾਂਪੋ ਪਗ ਕਰੀਐ ਸਿੱਖ ਬਾਂਛੇ। ਜੇ ਕਈ ਵਾਰੀ ਕੋਈ ਭੋਜਨ ਛਕਾਉਣ ਦੇ ਵੀ ਸਮਰੱਥ ਨਹੀਂ ਹੈ ਭਾਈ, ਫਿਰ ਗੁਰਸਿੱਖਾਂ ਦੇ ਚਰਨ ਘੁੱਟਣ ਦੀ ਸੇਵਾ ਵੀ ਉਹਨਾਂ ਦੇ ਚਰਨ ਘੁੱਟਣੇ ਗੁਰਸਿੱਖਾਂ ਦੇ। ਇਹ ਸੇਵਾ ਇਹ ਤਾਂ ਹੁਣ ਤਾਂ ਸਮਾਪਤੀ ਹੋ, ਹੁਣ ਕਹਿੰਦੇ ਸਾਰੇ ਸਾਡੇ ਹੀ ਘੁੱਟਣ, ਸਾਨੂੰ ਕਿਉਂ ਕਿਸੇ ਦੇ ਘੁੱਟਣੇ ਪੈਣ। ਇਹ ਮੁੱਠੀ ਚਾਪੀ ਇਹ ਸੇਵਾ ਗੁਰਸਿੱਖ ਕਰਦੇ ਆਪਸ ਵਿੱਚ ਰਲ ਕੇ, ਸਿੰਘ ਇੱਕ ਦੂਜੇ ਦੀਆਂ ਮਾਲਸ਼ਾਂ ਕਰਨੀਆਂ, ਕੇਸਾਂ ਨੂੰ ਤੇਲ ਲਾਉਣਾ, ਇਹ ਸਮਾਪਤੀ ਹੁੰਦਾ ਚੱਲਿਆ ਜਾ ਰਿਹਾ। ਤੋ ਗੁਰਸਿੱਖਾਂ ਦੇ ਚਰਨ ਘੁੱਟਣੇ, ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ। ਤੇ ਫਿਰ ਦੱਸਦੇ ਆ ਵੀ ਕਰੀਆ ਸਿੱਖ ਬਾਂਛੇ, ਜਿਹੜੇ ਪਿਆਰ ਵਾਲੇ ਸਿੱਖ ਨੇ ਉਹਨਾਂ ਦੀ ਚਰਨਾਂ ਦੀ ਮੁੱਠੀ ਚਾਪੀ ਕਰਨ ਦੀ ਸੇਵਾ ਦੀ ਜਿਹੜੀ ਬਾਂਛਾ ਹੈ ਉਹ ਹਿਰਦੇ 'ਚ ਰੱਖਣੀ ਹੈ। ਮਰਦਨ ਕਰ ਇਸ਼ਨਾਨ ਕਰਾਵੋ। ਗੁਰਸਿੱਖਾਂ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਕਰਨੀ। ਅੱਜ ਕੱਲ੍ਹ ਤਾਂ ਚਲੋ ਸਾਧਨ ਆ ਗਏ, ਟੂਟੀਆਂ ਚੱਲ ਪਈਆਂ ਨੇ, ਸਰੋਵਰਾਂ 'ਚ ਇਸ਼ਨਾਨ ਹੋ ਜਾਂਦੇ ਆ ਖੁੱਲ੍ਹੇ। ਤੇ ਪੁਰਾਣੇ ਸਮਿਆਂ 'ਚ ਤਾਂ ਖੂਹ ਗੇੜ ਕੇ ਵੀ ਜਲ ਲਿਆਉਣਾ ਪੈਂਦਾ ਸੀ। ਕਈ ਵਾਰੀ ਦੂਰੋਂ ਕਿਤੇ ਤਾਲ 'ਚੋਂ ਨਹਿਰ 'ਚੋਂ ਜਲ ਭਰ ਕੇ ਲਿਆਉਣਾ। ਤੇ ਇਦਾਂ ਗੁਰਸਿੱਖ ਇਸ਼ਨਾਨ ਕਰਾਉਣ ਦੀ ਸੇਵਾ ਕਰਦੇ। ਸੱਚੀ ਸਰਕਾਰ ਨੇ 12 ਸਾਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜਲ ਢੋਣ ਦੀ ਸੇਵਾ ਕੀਤੀ ਹੈ। ਗੁਰੂ ਸਾਹਿਬ ਨੂੰ ਵੀ ਇਸ਼ਨਾਨ ਕਰਾਉਂਦੇ, ਸਿੱਖਾਂ ਨੂੰ ਵੀ ਕਰਾਉਂਦੇ, ਲੰਗਰ ਵਿੱਚ ਵੀ ਜਲ ਲਿਆਉਂਦੇ। ਤੋ ਇਸ ਪ੍ਰਕਾਰ ਨਾਲ ਕਹਿੰਦੇ ਗੁਰਸਿੱਖਾਂ ਨੂੰ ਮਲ ਕੇ ਇਸ਼ਨਾਨ ਕਰਾਉਣ ਦੀ ਸੇਵਾ ਕਰਨੀ। ਵਸਤਰ ਪਖਾਰੋ ਸ਼ੁੱਧ ਬਣਾਵੋ। ਉਹਨਾਂ ਦੇ ਕੱਪੜੇ ਵਸਤਰ ਧੋਣੇ, ਧੋ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ, ਕੋਈ ਗੁਰਸਿੱਖ ਆ ਜਾਏ, ਗੁਰੂ ਘਰ ਵਿੱਚ ਆ ਜਾਏ, ਚਾਹੇ ਸਾਡੇ ਘਰ ਆ ਜਾਏ, ਉਹਦੇ ਵਸਤਰ ਧੋ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਸਵੱਛ ਕਰਕੇ ਠੱਪ ਕੇ ਉਹਨਾਂ ਨੂੰ ਦੇਵੇ। ਹਾਂਕੋ ਪੌਨ ਸੇਵਦ ਜਬ ਹੋਏ। ਔਰ ਸੰਗਤ ਦੀ, ਗੁਰਸਿੱਖਾਂ ਦੀ ਤੇ ਸੰਗਤ ਦੀ। ਕੱਲਾ ਹੋਵੇ ਤਾਂ ਗੁਰਸਿੱਖ, ਜਦੋਂ ਬਹੁਤ ਸਾਰੇ ਗੁਰਸਿੱਖ ਰਲ ਜਾਣ ਤਾਂ ਫਿਰ ਸਾਧ ਸੰਗਤ। ਇੱਦਾਂ ਸਾਧ ਸੰਗਤ ਔਰ ਗੁਰਸਿੱਖਾਂ ਨੂੰ ਜੇ ਗਰਮੀ ਹੈ ਤੇ ਫਿਰ ਪੱਖਾ ਝੱਲਣ ਦੀ ਸੇਵਾ ਕਰੇ, ਪੱਖਾ ਹੱਕੇ। ਚਾਰੋ ਪਨਈ ਪੱਗ ਕੋ ਧੋਏ। ਫਿਰ ਗੁਰਸਿੱਖਾਂ ਤੇ ਸਾਧ ਸੰਗਤ ਦੇ ਚਰਨਾਂ ਦੇ ਜੋੜੇ ਝਾੜਨੇ, ਉਹਨਾਂ ਜੋੜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ। ਜਿਵੇਂ ਅੱਜ ਕੱਲ੍ਹ ਗੁਰਸਿੱਖ ਜੋੜੇ ਘਰਾਂ ਵਿੱਚ ਸਾਫ਼ ਕਿਵੇਂ, ਪੁਰਾਣੇ ਸਮਿਆਂ 'ਚ ਨਹੀਂ ਸਨ ਹੁੰਦੇ ਸਾਧਨ, ਹੁਣ ਪਾਲਿਸ਼ ਵਗੈਰਾ ਕਰਨੀ, ਬੁਰਸ਼ ਫੇਰ ਕੇ ਉਹਨਾਂ ਜੋੜਿਆਂ ਨੂੰ, ਗੁਰਸਿੱਖਾਂ ਦੇ ਜੋੜਿਆਂ ਨੂੰ, ਸੰਗਤ ਦੇ ਜੋੜਿਆਂ ਨੂੰ ਸਤਿਕਾਰ ਨਾਲ ਰੱਖਦੇ ਹੈ। ਦੋਹਾਂ ਹੱਥਾਂ ਨਾਲ ਸਤਿਕਾਰ ਨਾਲ ਰੱਖਦੇ, ਦੋਹਾਂ ਹੱਥਾਂ ਨਾਲ ਸਤਿਕਾਰ ਨਾਲ ਉਹਨਾਂ ਨੂੰ ਭੇਟ ਕਰਦੇ। ਵਿਧੀ ਹੈ। ਆਮ ਕਰਕੇ ਅਸੀਂ ਕਈ ਵਾਰੀ ਜੋੜੇ ਘਰਾਂ ਵਿੱਚ ਵੇਖਦੇ ਹਾਂ ਵੀ ਆਏ ਹੋਏ ਗੁਰਸਿੱਖਾਂ ਦੇ ਜਿਹੜੇ ਜੋੜੇ ਨੇ ਉਹ ਇੱਕੋ ਹੱਥ ਵਿੱਚ ਫੜ ਕੇ ਉਹਨਾਂ ਨੂੰ ਇੱਦਾਂ ਟੋਕਨ ਵਗਾਵਾਂ ਮਾਰ ਕੇ ਵੀ ਆਹ ਫੜ, ਔਰ ਸਤਿਕਾਰ ਸਹਿਤ ਸੇਵਾ। ਜੋੜੇ ਨੇ ਦੋਹਾਂ ਹੱਥਾਂ ਦੇ ਨਾਲ ਲੈ ਕੇ ਸਤਿਕਾਰ ਨਾਲ ਰੱਖਣੇ, ਫਿਰ ਉਹਨਾਂ ਗੁਰਸਿੱਖਾਂ ਨੂੰ ਦੋਨਾਂ ਹੱਥਾਂ ਨਾਲ ਭੇਟ ਕਰਨੇ। ਤੋ ਕਈ ਵਾਰੀ ਕਈ ਗੁਰਸਿੱਖ ਮੱਥਾ ਟੇਕਦੇ ਆ ਜੋੜਿਆਂ ਨੂੰ, ਤੇ ਉਹ ਵਿਧੀ ਚਰਨ ਝੂੜ ਧੂੜ ਜਿਹੜੀ ਆ ਆਪਾਂ ਮਸਤਕ ਤੇ ਲਾ ਸਕਦੇ ਹਾਂ, ਸਮੁੱਚੀ ਜਿਹੜੀ ਸੰਗਤ ਦੀ ਹੋਵੇ। ਤੋ ਕੱਲੇ ਕੱਲੇ ਜੋੜੇ ਨੂੰ ਮੱਥਾ ਟੇਕਣ ਦੀ ਜ਼ਰੂਰਤ ਨਹੀਂ ਹੈ। ਹਾਂ, ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਾਂ ਟੇਕਣਾ ਹੈ, ਪਰ ਹਾਂ ਚਰਨ ਧੂੜੀ ਜਿਹੜੀ ਆ ਉਹ ਮਸਤਕ ਤੇ ਗੁਰਸਿੱਖਾਂ ਦੀ ਲਾਈ ਜਾ ਸਕਦੀ ਹੈ। ਤੋ ਸਤਿਕਾਰ ਸਹਿਤ ਗੁਰਸਿੱਖਾਂ ਦੇ ਜੋੜੇ ਝਾੜਨ ਦੀ ਸੇਵਾ ਕਰਨੀ। ਹਾਂਜੀ, ਫਿਰ ਪੱਗ ਕੋ ਧੋਏ, ਉਹਨਾਂ ਦੇ ਚਰਨ ਧਵਾਉਣ ਦੀ। ਅੱਜ ਕੱਲ੍ਹ ਜਿਵੇਂ ਚਰਨ ਗੰਗਾ ਬਣ ਗਈ, ਪੁਰਾਣੇ ਸਮਿਆਂ 'ਚ ਹੁਣ ਵੀ ਕਈ ਥਾਵਾਂ 'ਤੇ ਜਿੱਥੇ ਚਰਨ ਗੰਗਾ ਨਹੀਂ ਹੁੰਦੀ, ਸਿੰਘ ਜਲ ਲੈ ਕੇ ਖਲੋ ਜਾਂਦੇ, ਆਏ ਸਿੱਖਾਂ ਦੇ ਚਰਨ ਧਵਾ ਕੇ ਉਹਨਾਂ ਨੂੰ ਗੁਰੂ ਘਰ ਵਿੱਚ ਪ੍ਰਵੇਸ਼ ਕਰਾਉਂਦੇ। ਇੱਦਾਂ ਚਰਨ ਧੋਣ ਦੀ ਸੇਵਾ ਕਰਨੀ।
ਮੇਰੇ ਖਿਆਲ ਤੇ ਕੁਝ ਗੁਰਸਿੱਖ ਅੱਜ ਕੱਲ੍ਹ ਕਈ ਸੇਵਾਵਾਂ ਤਾਂ ਉਹਨਾਂ ਗੁਰਸਿੱਖਾਂ ਨੂੰ ਆਉਣਾ ਮੋਬਾਈਲ ਵਾਲਿਆਂ ਦੀ ਵੀ ਕਰਨੀ ਚਾਹੀਦੀ ਹੈ ਵੀ ਜਿੰਨੇ ਵੀ ਹਨ ਇਹਨਾਂ ਮੋਬਾਈਲਾਂ ਨੂੰ ਰੱਖਣ ਵਾਸਤੇ ਵੀ ਨਾ ਕੋਈ ਬੋਕਸ ਹੀ ਹੋਣੇ ਚਾਹੀਦੇ ਜੀ ਜਮ੍ਹਾਂ ਕਰਾ ਦੇਣ, ਜਿਵੇਂ ਜੋੜਾ ਨਹੀਂ ਬਾਹਰ ਛੱਡ ਕੇ ਆਉਂਦੇ ਇੱਦਾਂ ਛੱਡ ਕੇ ਆਇਆ ਕਰਨ, ਤਾਂ ਜੋ ਘੱਟੋ ਘੱਟ ਸੰਗਤ ਦੇ ਵਿੱਚ ਆ ਵੇਖੋ ਵੀ ਇਹ ਨਹੀਂ ਵੀ ਸਾਇਲੈਂਟ ਕਰਕੇ ਆ ਜਾਈਏ ਮਹਾਰਾਜ ਜੀ ਦੇ ਦਰਬਾਰ ਵਿੱਚ। ਕੋਈ ਮਹਾਰਾਜ ਜੀ ਦਾ ਭੈ ਹੀ ਨਹੀਂ ਹੈ, ਅਦਬ ਹੀ ਨਹੀਂ ਹੈ ਸਤਿਗੁਰਾਂ ਦਾ, ਤੋ ਸੁਰਤੀ ਆਪਣੀ ਦੇ ਵਿੱਚ ਮਹਾਰਾਜ ਜੀ ਦਾ ਗਿਆਨ ਨਹੀਂ ਰੱਖਦੇ ਹੈ। ਤੋ ਇਸ ਕਰਕੇ ਭਾਈ ਸੇਵਾਵਾਂ ਦੇ ਰੂਪ ਬਦਲਦੇ ਰਹਿੰਦੇ। ਹਾਂਜੀ, ਝੂਠੇ ਭਾਂਜਨ ਮਾਂਜਨ ਕਰੋ। ਜਿਹੜੇ ਝੂਠੇ ਭਾਂਡੇ ਨੇ ਉਹ ਗੁਰਸਿੱਖਾਂ ਦੇ ਝੂਠੇ ਬਰਤਨ ਧੋਣ ਦੀ ਸੇਵਾ। ਇਹ ਗੁਰੂ ਖਾਲਸਾ ਜੀ ਇਹ ਸੇਵਾ ਕੀਤਿਆਂ ਕੋਈ ਨੀਵਾਂ ਨਹੀਂ ਹੋ ਜਾਂਦਾ। ਗੁਰੂ ਘਰ ਦੀ ਜਿਹੜੀ ਸੇਵਾ ਇਹ ਕੀਤਿਆਂ ਤਾਂ ਗੁਰੂ ਸਾਹਿਬ ਸਗੋਂ ਮਾਣ ਦਿੰਦੇ ਹੈ, ਸਤਿਕਾਰ ਦਿੰਦੇ ਹੈ। ਤੋ ਜਿਨ੍ਹਾਂ ਨੂੰ ਕਰਮ ਉਪਦੇਸ਼ ਹੈ ਪਹਿਲਾਂ ਨਾ ਅਧਿਕਾਰੀ ਜਾਣ ਕੇ ਉਹਨਾਂ ਨੂੰ ਫਿਰ ਜੋੜੇ ਝਾੜਨ ਦੀ ਸੇਵਾ ਕਰਨ ਦਾ ਵੀ ਹੁਕਮ ਹੈ। ਉਹਨਾਂ ਨੂੰ ਭਾਈ ਫਿਰ ਗੁਰਸਿੱਖਾਂ ਨੂੰ ਇਸ਼ਨਾਨ ਕਰਾਉਣਾ, ਜਲ ਢੋਣਾ। ਤੋ ਇਸੇ ਤਰ੍ਹਾਂ ਫਿਰ ਝੂਠੇ ਭਾਂਡੇ ਬਰਤਨ ਮਾਂਜਣ ਦੀ ਸੇਵਾ ਕਰਨੀ। ਇਹ ਸਾਰੀ ਸੇਵਾ ਗੁਰੂ ਕੀ ਸੇਵਾ ਹੈ। ਇਹ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਐਸੀ ਹੈ। ਸੀਤਲ ਨੀਰ ਕੂਪ ਤੇ ਭਰੋ। ਠੰਡਾ ਪਾਣੀ ਠੰਡਾ ਜਲ ਖੂਹ ਤੋਂ ਭਰ ਕੇ ਲਿਆਉਣਾ। ਅੱਜ ਕੱਲ੍ਹ ਜਿਵੇਂ ਗੁਰਸਿੱਖਾਂ ਛਬੀਲਾਂ ਲਾਈਆਂ ਹੋਈਆਂ ਨੇ, ਪਰਿਕਰਮਾਵਾਂ ਵਿੱਚ ਛਬੀਲਾਂ ਲੱਗੀਆਂ, ਥਾਂ ਥਾਂ ਤੇ ਗੁਰਸਿੱਖ ਜਲ ਛਕਾਉਣ ਦੀ ਸੇਵਾ ਕਰਦੇ ਨੇ। ਇੱਦਾਂ ਇਹ ਸੇਵਾ ਦਾ ਹੁਕਮ ਵੀ ਗੁਰੂ ਸਾਹਿਬ ਦਾ ਹੈ। ਰਦ ਥਾਵਨ ਕੋ ਅਰਪੋ ਆਨ। ਫਿਰ ਖਾਲਸਾ ਜੀ ਇਹ ਸੇਵਾ ਦਾਤਣ ਦੀ ਸੇਵਾ। ਚਲੋ ਅੱਜ ਕੱਲ੍ਹ ਤਾਂ ਨਵੇਂ ਹਿਸਾਬ ਦੇ ਨਾਲ ਕੋਲਗਟਾਂ ਵਗੈਰਾ ਆ ਗਈਆਂ। ਪੁਰਾਣੇ ਸਮਿਆਂ 'ਚ ਸਿੰਘ ਜਦੋਂ ਸ਼ਾਮ ਦਾ ਵੇਲਾ ਆਉਣਾ ਨਾ ਤੇ ਉਹਨਾਂ ਨੇ ਕੋਈ ਸ਼ਸਤਰ ਲੈ ਕੇ ਜਾਣਾ ਤੇ ਦਾਤਣਾ ਕੱਟ ਕੇ ਲਿਆਉਣੀਆਂ। ਤੋ ਦਾਤਣਾ ਕੱਟ ਕੇ ਨਿੱਕੇ ਨਿੱਕੇ ਉਹਦੇ ਟੁਕੜੇ ਕਰਕੇ ਦਾਤਣਾ ਦੇ ਟਹਿਣੀਆਂ ਦੇ ਉਹ ਫਿਰ ਸ਼ਾਮ ਨੂੰ ਰਹਿਰਾਸ ਸਾਹਿਬ ਤੋਂ ਬਾਅਦ ਸਿੰਘਾਂ ਨੂੰ ਵੰਡ ਦਿਆ ਕਰਦੇ। ਭਾਈ ਸਵੇਰੇ ਮੁੱਖ ਮਾਂਜਣਾ ਕਹਿੰਦੇ ਨਿਹੰਗ ਸਿੰਘ ਖਾਲਸੀ ਬੋਲੇ ਦੇ ਵਿੱਚ ਦਾਤਣ ਨੂੰ ਮੁੱਖ ਮਾਂਜਣਾ ਕਹਿੰਦੇ ਆ। ਤੇ ਉਹ ਮੁੱਖ ਮਾਂਜਣੇ ਵੰਡਦੇ ਹੁੰਦੇ ਆ ਸਿੰਘ, ਹੁਣ ਵੀ ਕਈ ਸਥਾਨਾਂ ਦੇ ਉੱਤੇ ਵੰਡਦੇ ਹੁੰਦੇ ਆ। ਤੋ ਇਹ ਵੀ ਸੇਵਾ ਗੁਰਸਿੱਖਾਂ ਦੀ ਭਾਈ ਦਇਆ ਸਿੰਘ ਜੀ ਕਹਿੰਦੇ ਕਰਨੀ ਹੈ। ਕਰੇ ਰਸੋਈ ਸ਼ੁੱਧ ਮਹਾਨ। ਫਿਰ ਲੰਗਰ ਪਕਾਉਣ ਦੀ ਸੇਵਾ। ਲੰਗਰ ਪਕਾਉਣ ਦੀ ਸੇਵਾ ਵੀ ਬੜੀ ਵੱਡੀ ਮਹਾਨ ਸੇਵਾ ਹੈ ਕਿ ਲੋਹ ਦੇ ਉੱਤੇ ਗਰਮੀਆਂ, ਚਲੋ ਸਿਆਲਾਂ ਵਿੱਚ ਬੈਠਣਾ ਕੁਝ ਸੌਖਾ ਹੁੰਦਾ ਹੈ, ਪਰ ਗਰਮੀਆਂ ਦੇ ਦਿਨਾਂ ਦੇ ਵਿੱਚ ਤਪਦੀ ਲੋਹ ਦੇ ਕੋਲ ਬਹਿ ਕੇ ਪ੍ਰਸ਼ਾਦੇ ਪਕਾਉਣੇ ਇਹ ਬੜੀ ਕਰੜੀ ਘਾਲਣਾ। ਗੁਰਸਿੱਖ ਇਹ ਵੀ ਘਾਲਦੇ ਹਨ। ਇਤਿਆਦਕ ਸੇਵਾ ਬਹੁ ਭਾਂਤ। ਇਤਿਆਦਕ ਸ਼ਬਦ ਜਦੋਂ ਕਿਹਾ ਇਹਦੇ ਤੋਂ ਇਲਾਵਾ ਹੋਰ ਬੇਅੰਤ ਸੇਵਾਵਾਂ ਨੇ। ਗੁਰੂ ਘਰ ਦੇ ਦਰਬਾਰ ਦੇ ਇਸ਼ਨਾਨ ਦੀ ਸੇਵਾ ਹੈ, ਝਾੜੂ ਦੀ ਸੇਵਾ ਹੈ, ਨਿਸ਼ਾਨਾਂ ਦੀ ਸੇਵਾ ਹੈ, ਨਗਾਰਿਆਂ ਦੀ ਸੇਵਾ ਹੈ, ਘੋੜਿਆਂ ਦੀ ਸੇਵਾ ਹੈ, ਗੁਰੂ ਕੇ ਸਿੱਖਾਂ ਦੀ ਸੇਵਾ ਹੈ, ਲੰਗਰ ਵਰਤਾਉਣ ਦੀ ਸੇਵਾ ਹੈ। ਤੇ ਮੈਂ ਤੇ ਕਹਿੰਦਾ ਹੁੰਨਾ ਵੀ ਲੰਗਰ ਛਕਣ ਦੀ ਵੀ ਸੇਵਾ ਹੈ। ਜੇ ਛਕਣ ਵਾਲੇ ਨਾ ਹੋਣਗੇ ਤੇ ਛਕਾਉਣ ਵਾਲੇ ਕਾਹਨੂੰ ਸੇਵਾ ਕਰਨਗੇ। ਛਕਣ ਵਾਲੇ ਐਣ ਤਾਂ ਹੀ ਛਕਾਉਣ ਵਾਲੇ ਸੇਵਾ ਕਰਦੇ। ਬਾਬਾ ਬਿਸ਼ਨ ਸਿੰਘ ਜੀ ਬਚਨ ਕਰਦੇ ਸਨ। ਤੋ ਇਸ ਤਰ੍ਹਾਂ ਇਹ ਤੇ ਤੋਂ ਇਲਾਵਾ ਹੋਰ ਬੇਅੰਤ ਬਹੁ ਪ੍ਰਕਾਰ ਦੀਆਂ ਸੇਵਾਵਾਂ ਹਨ। ਸਿੱਖਨ ਕੀ ਜੇ ਦਿਨ ਰਾਤ। ਭਾਈ ਦਇਆ ਸਿੰਘ ਜੀ ਕਹਿੰਦੇ ਗੁਰਸਿੱਖਾਂ ਦੀ ਇਹ ਸੇਵਾ ਤੁਸੀਂ ਦਿਨ ਰਾਤ ਕਰਨੀ ਪਏ ਕਰਨੀ ਹੈ। ਆਲਸ ਨਹੀਂ ਕਰਨਾ ਸੇਵਾ ਕਰਨ ਵੇਲੇ। ਕਈ ਵਾਰੀ ਬੰਦਾ ਢਿੱਲ ਮੱਠ ਕਰ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਨਾ ਖਾਲਸਾ ਜੀ ਗੁਰਸਿੱਖਾਂ ਦੀ ਗੁਰੂ ਦੀ ਸੇਵਾ ਵਿੱਚ ਕਦੇ ਢਿੱਲ ਨਹੀਂ ਕਰਨੀ, ਆਲਸ ਨਹੀਂ ਰੱਖਣੀ, ਤਿਆਰ ਬਰ ਤਿਆਰ ਰਹਿਣਾ ਹਰ ਵੇਲੇ ਗੁਰਸਿੱਖਾਂ ਦੀ ਸੇਵਾ ਕਰਨ ਵਾਸਤੇ। ਗੁਰਬਾਣੀ ਸਤਿਗੁਰ ਗਿਰਾ ਸੀਖ ਨਿਤ ਪਠੋ। ਫਿਰ ਸਤਿਗੁਰਾਂ ਦੀ ਬਾਣੀ ਪੜ੍ਹਨੀ ਇਹ ਵੀ ਸੇਵਾ ਹੈ। ਇਹ ਉਪਾਸ਼ਨਾ, ਕਿਉਂਕਿ ਪਹਿਲਾਂ ਕੱਲਾ ਕਰਮ ਦੱਸਿਆ ਸੇਵਾ ਦਾ, ਹੁਣ ਉਪਾਸ਼ਨਾ ਦੱਸਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿਹੜੀ ਗਿਰਾ ਬਾਣੀ ਹੈ ਉਹਨੂੰ ਪੜ੍ਹਨਾ, ਔਰ ਉਹਦੀ ਜਿਹੜੀ ਸਿੱਖਿਆ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਦਿੱਤੀ
ਉਸ ਸਿੱਖਿਆ ਨੂੰ ਚੰਗੀ ਤਰ੍ਹਾਂ ਪੜ੍ਹਨਾ ਤੇ ਸਮਝਣਾ। ਸਤਨਾਮ ਕੋ ਮੁਖ ਤੇ ਰਟੋ। ਔਰ ਆਪਣੀ ਰਸਨਾ ਤੋਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਇਹ ਪਾਵਨ ਗੁਰ ਮੰਤਰ ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਗੁਰੂ ਮੰਤਰ ਦਾ ਅਭਿਆਸ ਕਰਨਾ ਹੈ, ਨਾਲ ਸੱਚੇ ਨਾਮ ਦਾ ਜਾਪ ਜਪਣਾ, ਗੁਰੂ ਕੀ ਬਾਣੀ ਨੂੰ ਪੜ੍ਹਨਾ ਹੈ। ਨਿਜ ਨਿਜ ਧਰਮ ਰਾਓ ਸਾਵਧਾਨ। ਆਪੋ ਆਪਣੇ ਧਰਮ 'ਚ ਸਾਵਧਾਨ ਰਹਿਣਾ, ਆਪੋ ਆਪਣੇ ਧਰਮ 'ਚ, ਯਾਨੀ ਕਿ ਜਿਹੜਾ ਜਿਹੜੇ ਧਰਮ ਦੇ ਵਿੱਚ ਹੈ ਉਹਨੂੰ ਆਪਣੇ ਧਰਮ 'ਚ ਪੱਕਿਆਂ ਰਹਿਣਾ ਚਾਹੀਏ। ਤੋ ਇਹ ਕੱਚੇ ਪਿੱਲਿਆਂ ਵਾਲੀ ਬਿਰਤੀ ਨਹੀਂ ਰੱਖਣੀ। ਆਪਣਾ ਜਿਹੜਾ ਧਰਮ ਹੈ ਖਾਲਸਾ ਧਰਮ, ਉਹਦੇ ਵਿੱਚ ਪਰਪੱਕ ਰਹਿਣਾ। ਫਿਰ ਅੱਗੇ ਸਾਡੇ ਵੱਖੋ ਵੱਖਰੇ ਧਰਮ ਨੇ, ਅੱਗੇ ਸਾਡੇ ਹੋਰ ਵੱਖੋ ਵੱਖਰੇ ਧਰਮ ਦਾ ਕੀ ਮਤਲਬ ਹੈ ਵੀ ਇੱਕ ਦਾ ਧਰਮ ਸੇਵਾ ਕਰਨ ਦਾ ਉਹਦੀ ਡਿਊਟੀ ਫਰਜ਼, ਜਿਹਨੂੰ ਕਹਿੰਦਾ ਫਰਜ਼, ਉਹਨੂੰ ਧਰਮ ਵੀ ਕਹਿ ਦਿੰਦੇ, ਧਾਰਨ ਕਰਨਾ। ਵੀ ਜਿਹੜੀ ਜਿਹੜੀ ਕਿਸੇ ਦੀ ਸੇਵਾ ਲੱਗੀ ਉਹਦੇ ਵਿੱਚ ਤਤਪਰ ਰਹਿਣਾ। ਕਿਸੇ ਦੀ ਇਸ਼ਨਾਨ ਕਰਾਉਣ ਦੀ ਸੇਵਾ ਇਸ਼ਨਾਨ 'ਚ ਤਤਪਰ ਰਹੇ, ਕਿਸੇ ਨੇ ਝਾੜੂ ਝਾੜਨ ਦੀ ਸੇਵਾ ਰੱਖਣੀ ਉਹ ਰੱਖਦੇ ਆ, ਕਿਸੇ ਦੇ ਕੀਰਤਨ ਕਰਨ ਦੀ ਸੇਵਾ ਉਹਨੇ ਉਹਦੇ 'ਚ ਤਤਪਰ ਰਹਿਣਾ। ਯਾਨੀ ਕਿ ਤਿਆਰ ਬਰ ਤਿਆਰ ਰਹਿਣਾ। ਜਿਹੜੀ ਆਪਣੀ ਡਿਊਟੀ ਆ ਉਹਨੂੰ ਪੂਰੇ ਇਮਾਨਦਾਰੀ ਦੇ ਨਾਲ ਉਸ ਸੇਵਾ ਨੂੰ ਨਿਭਾਉਣਾ। ਹਾਂਜੀ। ਇਸ਼ਨਾਨ, ਹੁਣ ਇਸ਼ਨਾਨ ਦੀ ਮਰਿਆਦਾ ਦੱਸਦੇ ਨੇ। ਵੱਡੀ ਰਾਤ ਤੇ ਕਰ ਇਸ਼ਨਾਨ। ਵੱਡੀ ਰਾਤ ਇਸ਼ਨਾਨ ਕਰ ਲੈਣਾ। ਵੱਡੀ ਰਾਤ ਦਾ ਮਤਲਬ ਵੀ ਪਿਛਲੇ ਪਹਿਰ ਜਾਗ ਪੈਣਾ। ਸਵਾ ਪਹਿਰ ਰਾਤ ਰਹਿੰਦਿਆਂ ਕਈ ਜਾਗ ਪੈਂਦੇ, ਕੋਈ ਪਹਿਰ ਰਾਤ ਰਹਿੰਦਿਆਂ ਜਾਗ ਪੈਂਦੇ, ਤੇ ਕਈ ਵੱਡੀ ਰਾਤ ਨੂੰ ਜਾਗ ਪੈਂਦੇ। ਵੱਡੀ ਰਾਤ ਦਾ ਮਤਲਬ ਜਦੋਂ 12:30 ਦਾ ਸਮਾਂ ਹੋਇਆ, 12:15 ਦਾ, ਉਦੋਂ ਵੀ ਉੱਠ ਕੇ ਕਈ ਗੁਰਸਿੱਖ ਗੁਰਬਾਣੀ ਪੜ੍ਹਨ ਲੱਗ ਪੈਂਦੇ। ਹੁਣ ਵੀ ਬਹੁਤ ਸਾਰੇ ਸਿੰਘ ਨੇ ਤਿਆਰ ਬਰ ਤਿਆਰ, ਜਿਹੜੇ ਸਵੇਰੇ 1 ਵਜੇ ਉਹਨਾਂ ਨੇ ਤਿਆਰ ਬਰ ਤਿਆਰ ਹੋ ਕੇ ਆਪਣੇ ਆਸਣ ਤੇ ਬਾਣੀ ਪੜ੍ਹਨ ਲੱਗ ਪੈਣਾ, ਤੇ ਸੁਬਹ ਅੰਮ੍ਰਿਤ ਵੇਲੇ ਤਾਈਂ 6-6 ਵਜੇ ਤੱਕ ਵੀ ਕਈ ਗੁਰਸਿੱਖ ਸਿੰਘ ਬੜੇ ਤਿਆਰ ਬਰ ਤਿਆਰ ਹੋ ਕੇ ਚੌਂਕੜੇ ਤੇ ਬੈਠੇ ਆਸਣ ਤੇ ਗੁਰਬਾਣੀ ਪੜ੍ਹਦੇ ਆ। ਫਿਰ ਘੰਟਾ 2 ਘੰਟੇ ਜੇ 6 ਵਜੇ ਤੋਂ ਬਾਅਦ ਸੁੱਖ ਲੈਣਾ ਹੋਵੇ, ਕਈਆਂ ਨੇ ਆਰਾਮ ਕਰਨਾ ਹੋਵੇ ਤੇ ਆਰਾਮ ਵੀ ਕਰ ਲੈਂਦੇ, ਫਿਰ ਆਪਣੇ ਕੰਮਾਂ ਧੰਦਿਆਂ 'ਚ, ਕਿਉਂਕਿ ਸਰੀਰ ਦੀ ਨੀਂਦ ਵੀ ਪੂਰੀ ਚਾਹੀਦੀ ਹੈ। ਤੋ ਇਸ ਤਰ੍ਹਾਂ ਵੱਡੀ ਰਾਤ ਉੱਠ ਕੇ ਇਸ਼ਨਾਨ ਪਾਨ ਕਰਨੇ, ਅੰਮ੍ਰਿਤ ਵੇਲੇ ਉੱਠ ਕੇ ਤਿਆਰ ਬਰ ਤਿਆਰ ਹੋ ਕੇ ਸਿੰਘੋ ਇਹ ਸੇਵਾ ਵੀ ਕਰਨੀ ਹੈ, ਵੀ ਗੁਰੂ ਕੀ ਸੇਵਾ ਸਮਝ ਕੇ ਕਰਨੀ ਹੈ। ਦਇਆ, ਹੁਣ ਦਇਆ ਦੱਸਦੇ ਨੇ ਵੀ ਦਇਆ ਕੀ ਹੈ। ਹਾਂਜੀ। ਛੁਦਤ ਕੇ ਨਗਨ ਬਿਨਾ ਧਨ ਕੋਏ। ਕੋਈ ਭੁੱਖਾ ਦਿਸੇ, ਕੋਈ ਨੰਗਾ ਦਿਸੇ, ਜਾਂ ਫਿਰ ਕੋਈ ਨਿਰਧਨ ਇਹੋ ਜਿਹਾ ਵੀ ਉਹਨੂੰ ਧਨ ਦੀ ਜ਼ਰੂਰਤ ਹੈ, ਵੀ ਉਹਨੂੰ ਕਿਸੇ ਦਵਾ ਦਾਰੂ ਦੀ ਜ਼ਰੂਰਤ ਹੈ, ਕਹਿੰਦੇ ਇਸ ਪ੍ਰਕਾਰ ਜਦੋਂ ਕੋਈ ਨਜ਼ਰੀ ਆਵੇ, ਦਿਓ ਭੋਜਨ ਛਾਦਨ ਤਿਸ ਜੋਏ। ਉਹਨਾਂ ਨੂੰ ਭੋਜਨ ਦੇਣਾ ਛਕਣ ਵਾਸਤੇ। ਜੇ ਦਵਾਈ ਦੱਪੇ ਦੀ ਜ਼ਰੂਰਤ ਆ ਉਹਨਾਂ ਨੂੰ ਉਹਦੀ ਸੇਵਾ ਕਰ ਦੇਣੀ ਹੈ। ਜਾਂ ਫਿਰ ਕਿਸੇ ਪ੍ਰਕਾਰ ਕੋਈ ਨੰਗਾ ਸਰੀਰ ਤੇ ਕੱਪੜਾ ਨਹੀਂ, ਉਹਦਾ ਤਨ ਕੱਜਣ ਦੀ ਸੇਵਾ ਕਰਨੀ ਹੈ। ਇਹਨੂੰ ਦਇਆ ਕਹਿੰਦੇ ਹਨ। ਇਹ ਧਰਮ ਦੀ ਜਨਕ ਹੈ ਦਇਆ। ਜਿੱਥੇ ਦਇਆ ਹੋਏਗੀ ਧਰਮ ਉੱਥੇ ਹੋਵੇਗਾ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਇਹ ਦਇਆ ਵਰਤਦੀ ਰਹਿੰਦੀ ਹਰ ਵੇਲੇ। ਭੁੱਖਾ ਆਵੇ ਉਹਨੂੰ ਭੋਜਨ ਮਿਲ ਜਾਂਦਾ ਹੈ। ਇਸੇ ਤਰ੍ਹਾਂ ਜੇ ਕਿਸੇ ਨੂੰ ਦਵਾ ਦਾਰੂ ਦੀ ਜ਼ਰੂਰਤ ਹੁੰਦੀ, ਗੁਰੂ ਘਰਾਂ ਵਿੱਚ ਮੁੱਢਲੀਆਂ ਸਹੂਲਤਾਂ, ਡਿਸਪੈਂਸਰੀ ਵਗੈਰਾ, ਜਿੱਥੇ ਦਵਾ ਦਾਰੂ ਦੀ ਵੀ ਪ੍ਰਬੰਧ ਹੋ ਜਾਂਦਾ ਹੈ। ਛੱਤ ਨਹੀਂ, ਰਹਿਣ ਸਹਿਣ ਵਾਸਤੇ ਕੁਝ ਸਮੇਂ ਲਈ ਆਸਣ ਵੀ ਮਿਲ ਜਾਂਦਾ ਹੈ। ਤੋ ਇਸ ਪ੍ਰਕਾਰ ਨਾਲ ਗੁਰੂ ਘਰਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਦਇਆ ਵਰਤਦੀ ਹੈ। ਸਿੱਖ ਨੇ ਵੀ ਆਪਣੇ ਜੀਵਨ ਵਿੱਚ ਇਹ ਦਇਆ ਦਾ ਭਾਵ ਰੱਖਣਾ ਹੈ। ਭੁੱਖੇ ਨੂੰ ਭੋਜਨ ਅੰਨ ਛਕਾਉਣ ਦਾ ਤਾਂ ਸਭ ਤੋਂ ਵੱਡਾ ਪੁੰਨ ਹੈ।
ਕਿਸੇ ਭੁੱਖੇ ਨੂੰ ਭੋਜਨ ਛਕਾਣਾ, ਇਹਦੇ ਵਰਗਾ ਦਾਨ ਨਹੀਂ ਹੈ ਦੁਨੀਆ ਵਿੱਚ। ਇਹ ਸਭ ਤੋਂ ਵੱਡਾ ਦਾਨ ਹੈ। ਅੰਨਦਾਨ ਮਹਾਦਾਨ ਕਹਿ ਸਕਦੇ, ਇਹਨੂੰ ਵੱਡਾ ਦਾਨ ਹੈ। ਕਿਵੇਂ ਅੰਨਦਾਨ? ਕਿਉਂਕਿ ਪ੍ਰਾਣਦਾਨ ਹੈ। ਇਹਦੇ ਨਾਲ ਕਿਸੇ ਨੂੰ ਜ਼ਿੰਦਗੀ ਮਿਲਦੀ ਹੈ। ਭੋਜਨ ਕੋਈ ਭੁੱਖਾ ਹੀ ਛਕੇਗਾ ਨਾ, ਜਿਹਨੂੰ ਰੱਜੇ ਨੂੰ ਤਾਂ ਨਹੀਂ ਭੋਜਨ ਦੀ ਲੋੜ। ਤੇ ਜਦੋਂ ਭੋਜਨ ਛਕੇਗਾ ਤਾਂ ਪ੍ਰਾਣਾਂ ਦਾ ਆਸਰਾ ਭੋਜਨ ਬਣੇਗਾ। ਇਸ ਕਰਕੇ ਭਾਈ ਇਹ ਜਿਹੜਾ ਕਿਸੇ ਭੁੱਖੇ ਨੂੰ ਭੋਜਨ ਛਕਾਣਾ, ਦਇਆ ਭਾਵ ਹਿਰਦੇ 'ਚ ਰੱਖ ਕੇ ਗੁਰੂ ਨਿਮਿਤ ਸੇਵਾ ਕਰਨੀ ਹੈ। ਇਹ ਜਾਣ ਕੇ ਕਿ ਮੈਂ ਆਪਣੇ ਗੁਰੂ ਦੇ ਹੁਕਮ ਦੀ ਪਾਲਣਾ ਕਰਕੇ ਸੇਵਾ ਕਰਦਾ। ਇਹ ਨਹੀਂ ਵੀ ਆਪਣੇ ਆਪ ਨੂੰ ਵੱਡਾ ਸਮਝ ਕੇ ਕਿਸੇ ਨੂੰ ਵੀ ਮੈਂ ਇਹਦੇ ਤੋਂ ਵੱਡਾ ਇਹਨੂੰ ਰੋਟੀ ਖਵਾ ਰਿਹਾ। ਇੱਦਾਂ ਨਹੀਂ ਸੇਵਾ ਕਰਨੀ, ਗੁਰੂ ਦੇ ਹੋ ਕੇ ਸੇਵਾ ਕਰਨੀ ਹੈ। ਮੇਰੇ ਸਤਿਗੁਰਾਂ ਦਾ ਹੁਕਮ ਹੈ ਭਾਈ ਸੇਵਾ ਕਰਨੀ। ਤੋ ਇਸ ਤਰ੍ਹਾਂ ਦਇਆ ਦਾ ਭਾਵ ਹਿਰਦੇ 'ਚ ਆਪਣੇ 'ਚ ਰੱਖਣਾ। ਦੇਖ ਦੁਖੀ ਕੇ ਦਇਆ ਉਪਾਵੋ। ਕੁਝ ਵੀ ਨਾ ਕਰ ਸਕੋ, ਘਟੋ ਘਟ ਹਾ ਦਾ ਨਾਰਾ ਤਾਂ ਮਾਰੋ। ਹਾ ਦਾ ਨਾਰਾ ਯਾਨੀ ਕਿ ਜੇ ਨਹੀਂ ਦੇ ਸਕਦੇ ਦਾਨ, ਨਹੀਂ ਭੋਜਨ ਛਕਾ ਸਕੇ, ਘਟੋ ਘਟ ਕੋਈ ਬੰਦਾ ਦੁਖੀ ਹੋਵੇ, ਉਹਨੂੰ ਵੇਖ ਕੇ ਮਨ ਦੇ ਵਿੱਚ ਦਇਆ ਦਾ ਭਾਵ ਤਾਂ ਆਵੇ ਕਿ ਇਸ ਵਿਚਾਰੇ ਜੀਵ ਨੂੰ ਲੋੜ ਹੈ, ਉਹਦੇ ਲਈ ਅਰਦਾਸ ਬੇਨਤੀ ਕਰ ਦੇਵੇ ਪਰਮੇਸ਼ਰ ਅੱਗੇ, ਵਾਹਿਗੁਰੂ ਤਰਸ ਕਰੀ ਇਹਦੇ ਤੇ ਦਇਆ ਕਰਿਓ। ਤੇ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਤੜਫਦਾ ਹੋਵੇ, ਸਾਡੇ ਹਾਸੇ ਨਿਕਲਦੇ ਹੁੰਦੇ ਹੈ। ਹਿਰਦੇ 'ਚ ਇੰਨੀ ਕਠੋਰਤਾ ਹੀ ਬਿਰਤੀ ਆ ਗਈ ਹੈ ਸਾਡਿਆਂ ਹਿਰਦਿਆਂ 'ਚ। ਪੱਥਰ ਹੀ ਬਣ ਗਿਆ ਇਨਸਾਨ ਦਾ ਹਿਰਦਾ। ਤੜਫਦੇ ਪਏ ਬੰਦੇ ਨੂੰ ਨਹੀਂ ਤੱਕਦੇ ਵੇਖਦੇ, ਕੋਈ ਤਰਸ ਕੋਈ ਦਇਆ ਦਾ ਭਾਵ ਹੀ ਨਹੀਂ ਰਿਹਾ। ਇਹੋ ਜਿਹਾ ਵਰਤਾਰਾ ਸੰਸਾਰ ਦੇ ਵਿੱਚ ਵਰਤ ਰਿਹਾ, ਕਸਾਈਆਂ ਵਾਲੀ ਬਿਰਤੀ ਬਣ ਗਈ ਹੈ। ਕਿਤੇ ਨਹੀਂ ਕੋਈ ਦਇਆ ਰਹਿ ਗਈ ਕਿਸੇ ਦੀ ਜੀਵ ਪ੍ਰਤੀ, ਚਾਹੇ ਉਹ ਕਿਸੇ ਵੀ ਪ੍ਰਕਾਰ ਦੇ ਸੰਸਾਰ ਦੇ ਵਿੱਚ ਵਰਤਾਰੇ ਵਿੱਚ ਵੇਖ ਲਈਏ, ਕੋਈ ਦਇਆ ਹੈ? ਕੋਈ ਲੋੜਵੰਦ ਵਿਚਾਰਾ ਮਜਬੂਰੀ ਵਸ ਹੋ ਕੇ ਜਾਂਦਾ, ਉਹਦੀ ਚੰਗੀ ਤਰ੍ਹਾਂ ਖੱਲ ਲਾਈ ਜਾਂਦੀ, ਕਿਤੇ ਵੀ ਉਹ ਚਲਾ ਜਾਏ ਵੀ ਹੁਣ ਕਾਬੂ ਆਇਆ ਹੋਇਆ ਹੈ। ਤੋ ਇਸ ਕਰਕੇ ਦਇਆ ਦਾ ਭਾਵ ਨਹੀਂ ਰਿਹਾ। ਘਟੋ ਘਟ ਕਿਸੇ ਦਾ ਦੁੱਖ ਵੇਖ ਕੇ ਆਪਣੇ ਮਨ ਵਿੱਚ ਭਾਈ ਦਇਆ ਸਿੰਘ ਜੀ ਕਹਿੰਦੇ ਦਇਆ ਉਪਾਉਣੀ ਹੈ। ਦਇਆ ਸਿੰਘ ਜੀ ਅਸਲ ਵਿੱਚ ਖਾਲਸੇ ਪੰਥ ਵਿੱਚ ਦਇਆ ਦਾ ਰੂਪ ਹਨ। ਪੰਥ ਦੇ ਵਿੱਚ ਦਇਆ ਸਿੰਘ ਜੀ ਹੀ ਦਇਆ ਦਾ ਸਵਰੂਪ ਹਨ। ਜਥਾ ਸ਼ਕਤ ਤਿਸ ਕਸ਼ਟ ਮਿਟਾਵੋ। ਜਥਾ ਸ਼ਕਤ ਯਤਨ ਕਰਨਾ ਵੀ ਉਹਦੇ ਦੁੱਖ ਨੂੰ, ਉਹਦੇ ਕਸ਼ਟ ਨੂੰ ਨਿਵਾਰਨਾ ਹੈ। ਕਰਨ ਦਇਆ ਕੋ ਪੁੰਨ ਕਨੇਰਾ। ਭਾਈ ਦਇਆ ਸਿੰਘ ਜੀ ਕਹਿੰਦੇ ਦਇਆ ਕਰਨ ਦਾ ਬੜਾ ਵੱਡਾ ਪੁੰਨ ਹੈ ਖਾਲਸਾ ਜੀ। ਕਿਸੇ ਤੇ ਦਇਆ ਕਰਨੀ ਇਹ ਬੜਾ ਵੱਡਾ ਪੁੰਨ ਹੈ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। 68 ਤੀਰਥ ਸਗਲ ਪੁੰਨ, 68 ਤੀਰਥਾਂ ਦੇ ਇਸ਼ਨਾਨ ਤੇ ਦੁਨੀਆ ਦੇ ਸਾਰੇ ਪੁੰਨ ਪ੍ਰਾਪਤ ਹੋ ਜਾਂਦੇ ਹਨ। ਜੀ ਦਇਆ ਪਰਵਾਨ। ਕਿਸੇ ਜੀ ਤੇ ਦਇਆ ਕਰੀਏ ਤੇ ਸਾਰੇ ਸ਼ੁਭ ਗੁਣ, ਇਹ ਸਾਰੇ ਪੁੰਨ ਪ੍ਰਵਾਨ ਹੋ ਜਾਂਦੇ। ਉਹ ਦਇਆ ਹੀ ਇਹ ਸਾਰੇ ਪੁੰਨ ਬਣ ਜਾਂਦੀ ਹੈ। 68 ਤੀਰਥਾਂ ਦਾ ਇਸ਼ਨਾਨ ਬਣ ਜਾਂਦਾ ਹੈ। ਦਇਆ ਕਰਤ ਹੋਏ ਵੱਡੋਂ ਵਡੇਰਾ। ਜਦੋਂ ਦਇਆ ਕਰੀਦੀ ਆ, ਦਇਆ ਕਰਨ ਵਾਲਾ ਵੱਡੇ ਤੋਂ ਵੱਡਾ ਹੋ ਜਾਂਦਾ ਹੈ। ਉਹ ਹੋਰ ਵੱਡਾ ਹੁੰਦਾ ਚੱਲਿਆ ਜਾਂਦਾ ਜਿਹੜਾ ਦਇਆ ਕਰਦਾ ਹੈ। ਇਹਦਾ ਦਇਆ ਕਰਨ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਦਇਆ ਕਰਨ ਦੇ ਨਾਲ ਤਾਂ ਭਾਈ ਜਿਹੜਾ ਦਇਆ ਕਰਦਾ ਉਹ ਵੱਡਿਆਂ ਤੋਂ ਵੱਡਾ ਹੁੰਦਾ ਹੈ। ਜੇ ਜੇ ਬੜੇ ਦਇਆ ਔਰ ਧਾਰੈ। ਅਸਲ ਦੇ ਵਿੱਚ ਵੱਡਾ ਹੈ ਹੀ ਉਹ ਜਿਹਦੇ ਹਿਰਦੇ 'ਚ ਦਇਆ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਦਇਆ ਸਿੰਘ ਜੀ ਕਹਿੰਦੇ ਵੀ ਦਇਆ ਕਰਕੇ ਕੋਈ ਵੱਡਾ ਹੁੰਦਾ, ਪਰ ਭਾਈ ਸਾਹਿਬ ਕਹਿੰਦੇ ਮੈਂ ਤਾਂ ਇਹ ਕਹਿਣਾ ਵੀ ਵੱਡਾ ਹੈ ਹੀ ਉਹ ਜਿਹਦੇ ਹਿਰਦੇ 'ਚ ਦਇਆ ਹੈ। ਜਿਹਦੇ ਅੰਦਰ ਦਇਆ ਨਹੀਂ ਉਹ ਕਾਹਦਾ ਵੱਡਾ, ਭਾਵੇਂ ਤਖਤ ਤੇ ਬੈਠਾ ਹੋਵੇ। ਜਿਹਦੇ ਅੰਦਰ ਦਇਆ ਹੀ ਕੋਈ ਨਹੀਂ, ਤਰਸ ਹੀ ਕੋਈ ਨਹੀਂ, ਉਹ ਕੋਈ ਤਖਤ ਦਾ ਮਾਲਕ ਥੋੜੀ, ਉਹ ਵੱਡਾ ਥੋੜੀ ਹੋ ਸਕਦਾ। ਮਹਾ ਨੀਚ ਬੰਦਾ ਹੋ ਸਕਦਾ ਉਹ ਵੀ ਤਖਤ ਤੇ ਬਹਿ ਕੇ, ਪੂਰੇ ਸਰਕਾਰ ਦੇ ਤਖਤ ਦੇ ਉੱਤੇ ਬਹਿ ਕੇ ਉਹਦੇ ਅੰਦਰ ਦਇਆ ਨਾ ਹੋਵੇ ਕਿਸੇ ਪ੍ਰਤੀ, ਆਪਣੀ ਪ੍ਰਜਾ ਪ੍ਰਤੀ। ਉਹ ਕਾਹਦਾ ਰਾਜਾ, ਉਹ ਕਾਹਦਾ ਵੱਡਾ ਹੈ, ਉਹ ਨੀਚ ਹੈ। ਇਸ ਕਰਕੇ ਗੁਰਮੁਖੋ ਜਿਹੜਾ ਵੱਡਾ ਹੁੰਦਾ ਉਹਦੇ ਅੰਦਰ ਦਇਆ ਹੁੰਦੀ ਹੈ। ਭਾਈ ਦਇਆ ਸਿੰਘ ਜੀ ਕਹਿੰਦੇ ਹਾਂਜੀ
ਮਨ ਕੋਮਲ ਤੇ ਕਸ਼ਟ ਨਿਵਾਰੈ। ਔਰ ਆਪਣੇ ਕੋਮਲ ਮਨ ਤੋਂ ਜਿਹੜੇ ਵੱਡੇ ਹੁੰਦੇ ਆ ਲੋਕਾਂ ਦੇ ਕਸ਼ਟ ਦੂਰ ਕਰਦੇ ਆ, ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਵਿੱਚ ਯਤਨ ਕਰਦੇ ਹਨ। ਜਿਹੜੇ ਵੱਡੇ ਨੇ ਦਇਆ ਵਾਲੇ ਨੇ ਔਰ ਕੋਮਲ ਹਿਰਦੇ ਵਾਲੇ ਨੇ। ਕਰੈ ਦੀਨ ਕੋ ਸੁਖੀ ਬਿਸਾਲਾ, ਦੁਖੀ ਨੂੰ ਸੁਖੀ ਕਰਨ ਦਾ ਯਤਨ ਕਰਦੇ ਹਨ। ਆਦ ਪਰਮੇਸ਼ਰ ਬੜੇ ਕਿਰਪਾਲਾ। ਕਹਿੰਦੇ ਹੁਣ ਵੇਖੋ ਪਰਮੇਸ਼ਰ ਕਿੱਡਾ ਵੱਡਾ ਹੈ। ਉਹ ਕਿਉਂ ਵੱਡਾ ਹੈ? ਕਿਉਂਕਿ ਸਾਡੇ ਦੋਸ਼ ਵੇਖ ਕੇ ਵੀ ਸਾਡੇ ਤੇ ਦਇਆ ਕਰਦਾ। ਦੁਖ ਨ ਦੇਖਤ ਹੈ ਪਰ ਦੇਤ ਨ ਹਰ। ਦੋਸ਼ ਵੇਖ ਕੇ ਵੀ ਸਾਨੂੰ ਦਇਆ ਕਰਕੇ ਦਿੰਦਾ ਹੈ। ਇਹੋ ਜਿਹਾ ਵੱਡਾ ਵਾਹਿਗੁਰੂ ਪਰਮੇਸ਼ਰ ਹੈ। ਸੱਚ ਸੱਚ ਬੋਲੋ ਸੁਖ ਦੇਤ ਬਡੇਰਾ। ਹੁਣ ਸੱਚ ਦੱਸਦੇ ਨੇ। ਕਹਿੰਦੇ ਸਿੰਘੋ ਸੱਚ ਬੋਲਣਾ ਹਮੇਸ਼ਾ, ਕਿਉਂਕਿ ਸੱਚ ਬੋਲਿਆ ਹੀ ਤੁਹਾਨੂੰ ਸੁੱਖ ਦੇਗਾ। ਬੋਲਿਆ ਹੋਇਆ ਝੂਠ ਹਮੇਸ਼ਾ ਮਨ 'ਚ ਧੁੜਕੂ ਲੱਗਾ ਰਹਿੰਦਾ, ਪਤਾ ਨਾ ਲੱਗ ਜਾਏ, ਡਰ ਭੈ ਬਣਿਆ। ਜਦੋਂ ਸੱਚ ਬੋਲਿਆ ਬੰਦਾ ਸੁਰਖਰੂ ਹੁੰਦਾ। ਇਸ ਕਰਕੇ ਗੁਰਸਿੱਖੋ ਸੱਚ ਬੋਲਣਾ ਹਮੇਸ਼ਾ ਰਸਨਾ ਤੋਂ। ਤਜੋ ਕੂਰ ਦੁਖ ਦਾਏ ਕਨੇਰਾ। ਔਰ ਜਿਹੜਾ ਝੂਠ ਹੈ ਉਹਨੂੰ ਛੱਡਣਾ ਆਪਣੀ ਜ਼ੁਬਾਨ ਤੋਂ, ਕਿਉਂਕਿ ਝੂਠ ਬੜਾ ਦੁੱਖ ਦਿੰਦਾ ਹੈ। ਇਹ ਬੜੇ ਡਾਢੇ ਦੁੱਖ ਦਿੰਦਾ ਜਿਹੜਾ ਝੂਠ ਹੈ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਮੈਤਰੀ ਭਾਵ। ਹੁਣ ਮੈਤਰੀ ਭਾਵ ਕੀ ਹੈ? ਇਹ ਵੀ ਰੱਖਣਾ ਸਿੰਘੋ ਆਪਣੇ ਹਿਰਦੇ 'ਚ। ਮੈਤਰੀ ਭਾਵ ਵੀ ਰੱਖਣਾ। ਭਾਈ ਦਇਆ ਸਿੰਘ ਜੀ ਕਹਿੰਦੇ ਪਰ ਸੁਖ ਪਿਖ ਤਪ ਤੋ ਔਰ ਨਾਈ। ਮੈਤਰੀ ਭਾਵ ਕੀ ਹੁੰਦਾ ਹੈ? ਕਿਸੇ ਦੂਜੇ ਦਾ ਸੁੱਖ ਵੇਖ ਕੇ ਮਨ 'ਚ ਈਰਖਾ ਨਾ ਕਰਨੀ। ਆਮ ਕਰਕੇ ਬੰਦਾ ਪਰੇਸ਼ਾਨ ਇਸ ਕਰਕੇ ਹੋ ਜਾਂਦਾ ਵੀ ਦੂਜੇ ਕੋਲ ਆ ਸੁੱਖ ਹੈ। ਪਰਾਇਆ ਸੁੱਖ ਵੇਖ ਕੇ ਦੁਖੀ ਹੋ ਜਾਣਾ, ਮਨ 'ਚ ਦਵੈਸ਼ ਆ ਜਾਣੀ ਵੀ ਇਹਨੂੰ ਕਿਉਂ ਮਿਲੇ ਨੇ, ਮੈਨੂੰ ਨਹੀਂ ਮਿਲੇ ਇਹ ਸੁੱਖ। ਜਿਹੜੇ ਏਦਾਂ ਦੀ ਬਿਰਤੀ ਰੱਖਦੇ ਨੇ, ਪਾਪ ਬੇਅਰਥ ਹੋਤ ਸਿਰ ਤਾਹੀ। ਉਹਦੇ ਸਿਰ ਦੇ ਉੱਤੇ ਵੱਡਾ ਭਾਰੀ ਪਾਪ ਲੱਗਦਾ, ਜਿਹੜਾ ਪਰਾਇਆ ਸੁੱਖ ਵੇਖ ਕੇ ਮਨ 'ਚ ਦੁਖੀ ਹੁੰਦਾ। ਪਰ ਮੈਤਰੀ ਭਾਵ ਕੀ ਹੈ? ਵੀ ਪਰਾਏ ਦਾ ਸੁੱਖ ਵੇਖ ਕੇ ਸਗੋਂ ਮਨ 'ਚ ਖੁਸ਼ੀ ਹੋਣੀ। ਵਾਹਿਗੁਰੂ ਨੂੰ ਵੀ ਪਰਮੇਸ਼ਰ ਨੇ ਇਹਨੂੰ ਸੁੱਖ ਦਿੱਤਾ, ਪਰ ਜਦੋਂ ਕੋਈ ਈਰਖਾ ਰੱਖਦਾ ਹੈ ਵੀ ਇਹਨੂੰ ਕਿਉਂ ਮਿਲ ਗਿਆ, ਇਹਦੇ ਖੇਤਾਂ 'ਚ ਜ਼ਿਆਦਾ ਵਧੀਆ ਫਸਲ ਹੈ, ਮੇਰੇ 'ਚ ਮਾੜੀ ਹੈ, ਇਹਦੀ ਕਿਉਂ ਹੋ ਗਈ। ਇੱਦਾਂ ਜਿਹੜੀ ਦਵੈਸ਼ ਆ ਜਾਂਦੀ ਹੈ, ਇੱਦਾਂ ਦੀ ਜਿਹੜੀ ਈਰਖਾ ਆ ਜਾਂਦੀ ਪਰਾਏ ਦਾ ਸੁੱਖ ਵੇਖ ਕੇ, ਆਹ ਗੁਰਸਿੱਖ ਨੇ ਆਪਣੇ ਹਿਰਦੇ 'ਚ ਨਹੀਂ ਕਰਨੀ। ਇਸੇ ਨੂੰ ਮੈਤਰੀ ਭਾਵ ਕਹਿੰਦੇ ਨੇ। ਇੱਕ ਤੋ ਰਿਦਾ ਤਪੇ ਦੁੱਖ ਪਾਵੈ। ਦੇਖੋ ਭਾਈ ਦਇਆ ਸਿੰਘ ਜੀ ਕਹਿੰਦੇ ਦਾ ਨੁਕਸਾਨ ਕਿੱਡਾ ਵੱਡਾ ਹੈ ਵੀ ਪਰਾਏ ਦਾ ਸੁੱਖ ਵੇਖ ਕੇ ਜਦੋਂ ਅਸੀਂ ਮਨ 'ਚ ਦੁਖੀ ਹੋਈਏ, ਈਰਖਾ ਹੋ ਜਾਏ ਮਨ 'ਚ, ਕਹਿੰਦੇ ਇੱਕ ਤਾਂ ਸਾਡਾ ਆਪਣਾ ਮਨ ਤਪਦਾ ਹੈ, ਇੱਕ ਤਾਂ ਸਾਡਾ ਆਪਣਾ ਮਨ ਤਪਿਆ, ਦੂਜੇ ਦਾ ਸੁੱਖ ਵੇਖ ਕੇ ਹਿਰਦੇ 'ਚ ਈਰਖਾ ਨਾਲ ਸੜਨ ਲੱਗਾ। ਪਿੱਖੋਂ ਪਲੇ ਕੁਛ ਹੱਥ ਨ ਆਵੇ। ਤੇ ਵੇਖੇ ਤੇ ਪਰ ਹੱਥ ਵਿੱਚ ਨਹੀਂ ਆਉਂਦਾ ਕੁਝ, ਮਨ ਹੀ ਮਨ ਕ੍ਰਿਜਦਾ ਰਹਿੰਦਾ। ਕਿੱਡਾ ਵੱਡਾ ਦੁੱਖ ਹੈ। ਪੁੰਨ ਪਰਮੇਸ਼ਰ ਕੋਪ ਕਰੰਤਾ। ਇੱਕ ਤਾਂ ਆਪਣਾ ਹਿਰਦਾ ਸੜਿਆ, ਦੂਜਾ ਰੱਬ ਦੀ ਕਰੋਪੀ ਹੋਈ। ਜਦੋਂ ਕਿਸੇ ਦੀ ਖੁਸ਼ੀ ਵੇਖ ਕੇ ਸਾਡਾ ਮਨ ਦੁਖੀ ਹੋਵੇ, ਫਿਰ ਰੱਬ ਦੀ ਕਰੋਪੀ ਹੁੰਦੀ ਆ ਉਹਦੇ ਤੇ। ਕਹਿੰਦੇ ਕੀ ਕਰੋਪੀ ਹੋਈ ਰੱਬ ਦੀ? ਉਹ ਦੱਸਦੇ ਹਨ ਮੋਹੇ ਦਿਓ ਪਿਖ ਇਹ ਜਰੰਤਾ। ਰੱਬ ਵੇਖ ਕੇ ਫਿਰ ਕਰੋਪੀ ਕਰਦਾ। ਉਹ ਕਹਿੰਦਾ ਇਸ ਨੂੰ ਮੈਂ ਦਿੱਤਾ ਤੇ ਮੇਰੇ ਦਿੱਤੇ ਨੂੰ ਵੇਖ ਕੇ ਸੜਦਾ, ਇਹ ਈਰਖਾ ਕਰਦਾ। ਰੱਬ ਵੀ ਰੁੱਸ ਜਾਂਦਾ, ਪਰਮੇਸ਼ਰ ਵੀ ਫਿਰ ਉਸ ਵੇਲੇ ਰੋਸ ਵਿੱਚ ਆ ਜਾਂਦਾ ਕਿ ਮੈਂ ਇਹਨੂੰ ਦਿੱਤਾ, ਇਹ ਵੇਖ ਕੇ ਸੜੀ ਜਾਂਦਾ। ਕਿਰਜਦ ਅੱਜ ਬੰਦਾ ਇਸ ਕਰਕੇ ਨਹੀਂ ਦੁਖੀ ਮੇਰੇ ਕੋਲ ਕਾਰ ਨਹੀਂ ਹੈ, ਦੂਜੇ ਕੋਲ ਵਧੀਆ ਕਿਉਂ ਹੈ। ਇਸ ਕਰਕੇ ਨਹੀਂ ਦੁਖੀ ਹੈ ਕਿ ਮੇਰੇ ਕੋਲ ਮਕਾਨ ਨਹੀਂ, ਦੂਜੇ ਕੋਲ ਕਿਉਂ ਹੈ। ਇਦਾਂ ਦੀ ਈਰਖਾ ਅੱਜ ਕੱਲ੍ਹ ਚੱਲਦੀ ਹੈ ਸੰਸਾਰ 'ਚ। ਪਰ ਭਾਈ ਸਾਹਿਬ ਕਹਿੰਦੇ ਜਿਹੜੇ ਇਦਾਂ ਦੀ ਈਰਖਾ ਕਰਦੇ ਆ, ਰੱਬ ਰੁੱਸ ਜਾਂਦਾ ਉਹਨਾਂ ਨਾਲ। ਉਹਨਾਂ ਤੇ ਰੱਬ ਦੀ ਕਰੋਪੀ ਹੁੰਦੀ ਹੈ
ਵੀ ਮੇਰੇ ਦਿੱਤੇ ਨੂੰ ਵੇਖ ਕੇ ਆਪਣੇ ਮਨ 'ਚ ਈਰਖਾ ਕਰਦਾ ਹੈ। ਇਤਿਆਦਕ ਇਸ ਮੈਂ ਬਹੁ ਦੋਖ, ਇਹਦੇ ਵਿੱਚ ਬੜੇ ਵੱਡੇ ਦੋਸ਼ ਹਨ। ਸੰਤੋਖ, ਇਸ ਕਰਕੇ ਭਾਈ ਮੈਤਰੀ ਭਾਵ ਰੱਖਣਾ, ਇਹ ਬਿਰਤੀ ਛੱਡ ਦੇਣੀ ਹੈ ਜਿਹੜੀ ਇਦਾਂ ਦੀ ਬਿਰਤੀ ਹੈ। ਫਿਰ ਹੁਣ ਸੰਤੋਖ ਬਾਰੇ ਦੱਸਦੇ ਹਨ ਕਿ ਸੰਤੋਖ ਕੀ ਹੈ। ਲਾਲਚ ਤਜੇ ਤਰੈ ਸੰਤੋਖ, ਲਾਲਚ ਦਾ ਤਿਆਗ ਕਰਕੇ ਹਿਰਦੇ 'ਚ ਸਬਰ ਰੱਖੇ ਇਹਨੂੰ ਸੰਤੋਸ਼ ਕਹਿੰਦੇ ਆ। ਲਾਲਚ ਕੀ ਹੈ? ਲੋੜ ਤੋਂ ਵੱਧ ਪ੍ਰਾਪਤੀ ਦੀ ਇੱਛਾ ਦਾ ਨਾਮ ਲਾਲਚ ਹੈ। ਜਿੰਨੀ ਜ਼ਰੂਰਤ ਹੈ ਉਹਦੇ ਤੋਂ ਵੱਧ ਇੱਛਾ ਰੱਖਣੀ, ਉਹਨੂੰ ਲਾਲਚ ਕਹਿੰਦੇ ਆ। ਤੋ ਭਾਈ ਸਾਹਿਬ ਕਹਿੰਦੇ ਲੋਭ ਲਾਲਚ ਦਾ ਤਿਆਗ ਕਰਕੇ ਹਿਰਦੇ ਵਿੱਚ ਸੰਤੋਸ਼ ਰੱਖਣਾ ਹੈ। ਤਿਆਗਣੇ ਜੋਗ ਕਰਮ, ਹੁਣ ਤਿਆਗਣੇ ਕਿਹੜੇ ਨੇ ਕਰਮ ਉਹ ਦੱਸਦੇ ਹਨ। ਪਰ ਤ੍ਰਿਆ ਪਰ ਤਨ ਪਰ ਕੀ ਅੰਸ਼, ਪਰਾਈ ਤ੍ਰਿਆ ਪਰਾਈ ਇਸਤਰੀ ਤਿਆਗਣੀ ਹੈ, ਪਰਾਇਆ ਧਨ ਤਿਆਗਣਾ ਹੈ। ਜਿਹੜੀ ਕਿਸੇ ਪਰਾਏ ਦੀ ਸਾਡੇ ਕੋਲ ਅੰਸ਼ ਪਈ ਹੈ, ਪਰਾਏ ਦੀ ਕੋਈ ਵਸਤੂ ਮੰਨ ਲਓ ਕਿਸੇ ਨੇ ਸਾਡੇ ਕੋਲ ਰੱਖੀ ਤੇ ਸਾਡੀ ਬਿਰਤੀ ਮਾੜੀ ਹੋ ਜਾਏ ਵੀ ਉਹ ਤਾਂ ਭੁੱਲ ਗਿਆ, ਨਾ ਵੀ ਰੱਖਣੀ ਨਹੀਂ ਭਾਵੇਂ ਉਹ ਭੁੱਲ ਗਿਆ ਹੋਵੇ, ਜਿਹਦੀ ਹੈ ਉਹਦੀ ਅਮਾਨਤ ਉਹਨੂੰ ਦੇ ਦੇਣੀ ਹੈ। ਪਰਾਏ ਦੀ ਅੰਸ਼ ਰੱਖਣੀ ਇਹ ਵੀ ਮਾੜੀ ਬਿਰਤੀ ਹੈ। ਪਰ ਇਸਤਰੀ ਭੋਗੀ ਹੋਣਾ, ਪਰਾਏ ਧਨ ਦੀ ਕਾਂਖਾ ਰੱਖਣੀ, ਜਾਂ ਜੋ ਮਿਲੇ ਤਾਂ ਉਹਨੂੰ ਲੁਕਾ ਲੈਣਾ, ਇਦਾਂ ਦੀਆਂ ਜਿਹੜੀਆਂ ਭੈੜੀਆਂ ਬਿਰਤੀਆਂ ਨੇ ਇਹ ਤਿਆਗਣੀਆਂ ਨੇ, ਇਹ ਕਰਮ ਤਿਆਗਣੇ ਹਨ। ਨੈ ਲੇਹੋ ਲਹੇ ਜੋ ਕਰੇ ਵਿਦਵੰਸ, ਭਾਈ ਦਇਆ ਸਿੰਘ ਕਹਿੰਦੇ ਤਿੰਨੇ ਚੀਜ਼ਾਂ ਨਹੀਂ ਲੈਣੀਆਂ, ਪਰ ਤ੍ਰਿਆ ਪਰ ਧਨ ਤੇ ਪਰਾਏ ਦੀ ਅੰਸ਼। ਜਿਹੜਾ ਲਏਗਾ ਉਹਦਾ ਸਾਰਾ ਕੁਝ ਹੀ ਨਾਸ਼ ਹੋ ਜਾਏਗਾ, ਕੁਝ ਨਹੀਂ ਰਹੇਗਾ ਉਹਦਾ। ਜਿਹੜਾ ਇਹ ਸਾਰਾ ਕੁਝ ਲਏਗਾ ਕਹਿੰਦੇ ਭਾਈ ਉਹਦਾ ਸਾਰਾ ਕੁਝ ਵਿਦਵੰਸ ਕਹਿੰਦੇ ਨਾਸ਼ ਹੋ ਜਾਏਗਾ। ਖਿਮਾ ਆਪਣੇ ਤੇ ਨਿਰਬਲ ਕੋ ਜਾਨ, ਹੁਣ ਖਿਮਾ ਕਿਸ ਨੂੰ ਕਹਿੰਦੇ? ਖਿਮਾ ਅਸੀਂ ਅਕਸਰ ਨਾ ਜਿਹਦੇ ਤੇ ਸਾਡਾ ਜ਼ੋਰ ਨਾ ਚੱਲੇ ਉਹਨੂੰ ਕਹਿੰਦੇ ਜਾ ਤੈਨੂੰ ਮਾਫ ਕੀਤਾ, ਜ਼ੋਰ ਨਾ ਚੱਲੇ ਤੇ ਕਹਿੰਦਾ ਮਾਫ ਕੀਤਾ ਇਹਨੂੰ, ਮੈਂ ਜੀ ਮੈਂ ਮਾਫ ਕਰ ਦਿੱਤਾ। ਤੇ ਪਰ ਕੋਈ ਗਰੀਬ ਆ ਜੇ ਨਾ ਫਿਰ ਦਾੜ ਥੱਲੇ, ਉਦੋਂ ਫਿਰ ਕਿੱਥੇ ਜਾਂਦੀ ਮਾਫੀ, ਉਦੋਂ ਕਿੱਥੇ ਜਾਂਦੀ ਆ ਖਿਮਾ ਭਾਈ। ਯਾਨੀ ਕਿ ਬੰਦਾ ਬਰਾਬਰ ਦੇ ਉੱਤੇ ਜਾਂ ਆਪਣੇ ਵੱਡੇ ਤੋਂ ਤਾਂ ਕਹਿੰਦਾ ਮੇਰੀ ਖਿਮਾ ਜੀ, ਕਿਉਂਕਿ ਜ਼ੋਰ ਨਹੀਂ ਚੱਲਦਾ। ਜਿਹੜਾ ਵਿਚਾਰਾ ਕੋਈ ਗਰੀਬ ਹੈ ਉਹਦੇ ਤੇ ਆਪਣਾ ਜ਼ੋਰ ਵਿਖਾਣਾ, ਉਹਦੇ ਤੇ ਆਪਣਾ ਤਾਣ ਵਿਖਾਣਾ, ਉਹਨੇ ਕਿਹੜਾ ਵਿਚਾਰੇ ਨੇ ਕੋਈ ਕੁਸਕਣਾ। ਤੋ ਇਸ ਪ੍ਰਕਾਰ ਕਹਿੰਦੇ ਭਾਈ ਉਸ ਨਿਰਬਲ ਨੂੰ ਵੇਖ ਕੇ ਉਹਦੇ ਤੇ ਤਰਸ ਕਰਨਾ, ਉਹਦੀ ਜੇ ਗਲਤੀ ਹੈ ਉਹਨੂੰ ਖਿਮਾ ਕਰ ਦੇਣਾ, ਇਹਨੂੰ ਕਹਿੰਦੇ ਅਸਲ 'ਚ ਖਿਮਾ। ਹਾਂਜੀ, ਤਿਸ ਪਰ ਕੋਪ ਨ ਕਰੋ ਸੁਜਾਨ, ਕਹਿੰਦੇ ਸਿਆਣਿਓ ਕਿਸੇ ਨਿਰਬਲ ਕਮਜ਼ੋਰ ਦੀ ਭੁੱਲ ਵੇਖ ਕੇ ਉਹਦੇ ਤੇ ਆਪਣਾ ਕੋਪ ਨਾ ਕਰੋ, ਉਹਦੇ ਤੇ ਆਪਣਾ ਕ੍ਰੋਧ ਨਾ ਵਿਖਾਓ, ਉਹਨੂੰ ਖਿਮਾ ਕਰ ਦੇਣਾ, ਇਹਨੂੰ ਖਿਮਾ ਕਹਿੰਦੇ ਹਨ। ਕਿਸੇ ਦੀ ਭੁੱਲ ਨੂੰ, ਕਿਸੇ ਦੀ ਗਲਤੀ ਨੂੰ ਜੇ ਉਹ ਮੰਨ ਰਿਹਾ ਖਿਮਾ ਕਰ ਦੇਣਾ। ਇਹ ਖਿਮਾ ਦਾ ਭਾਵ ਗੁਰਸਿੱਖ ਵਿੱਚ ਸਿੰਘੋ ਹੋਣਾ ਅਤੀ ਜ਼ਰੂਰੀ ਹੈ। ਨਿਰਅਭਿਮਾਨਤਾ, ਹੁਣ ਨਿਰਅਭਿਮਾਨੀ ਕੀ ਹੈ? ਨਿਰਅਭਿਮਾਨੀ ਕਿਹਨੂੰ ਕਹਿੰਦੇ? ਅਸੀਂ ਕਹਿੰਦੇ ਜੀ ਅਸੀਂ ਨਹੀਂ ਕੋਈ ਮਾਣ ਕੀਤਾ ਜੀ ਕਦੇ, ਜੀ ਅਸੀਂ ਕਦੇ ਮਾਣ ਹੀ ਨਹੀਂ ਕੀਤਾ, ਸਾਨੂੰ ਰੱਬ ਨੇ ਇੰਨਾ ਕੁਝ ਦਿੱਤਾ ਹੈ। ਮਾਣ ਹੀ ਨਹੀਂ ਕੀਤਾ ਇਹਦਾ ਵੀ ਤਾਂ ਮਾਣ ਕਰ ਰਹੇ ਆ ਵੀ ਮੈਂ ਤਾਂ ਕਦੇ ਮਾਣ ਹੀ ਨਹੀਂ ਕੀਤਾ, ਇਹ ਵੀ ਤਾਂ ਇੱਕ ਮਾਣ ਹੀ ਹੈ ਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਇਹ ਵੀ ਤਾਂ ਅੱਗੇ ਮਾਣ ਹੀ ਬਣ ਗਿਆ। ਨਿਰਅਭਿਮਾਨੀ ਕੌਣ ਹੁੰਦਾ? ਹੁਣ ਉਹ ਸੁਣੋ ਭਾਈ। ਵਿਦਿਆ ਕੈ ਸਰੂਪ ਹੈ ਤਨ ਕੋ, ਵੀ ਜਿਹਦੇ ਕੋਲ ਚੰਗੀ ਵਿਦਿਆ, ਜਿਹੜਾ ਕੋਈ ਚੰਗਾ ਪੜ੍ਹਿਆ ਲਿਖਿਆ, ਜਿਹਨੇ ਕੋਈ ਚੰਗਾ ਹੁਨਰ ਪ੍ਰਾਪਤ ਕੀਤਾ ਹੋਇਆ, ਜਿਹੜਾ ਕੋਈ ਚੰਗੀ ਵਿਦਿਆ ਨੂੰ ਪ੍ਰਾਪਤ ਹੈ, ਜਾਂ ਫਿਰ ਜਿਹੜਾ ਚੰਗਾ ਰੂਪਵਾਨ, ਸ਼ਕਲ ਸੂਰਤ ਚੰਗੀ ਸੋਹਣੀ ਦਿੱਤੀ ਆ ਰੱਬ ਨੇ, ਬੁੱਧੀ ਵਿਸਾਲ ਕੈ ਦੀਰਗ ਤਨ ਕੋ, ਜਾਂ ਦਿਮਾਗ ਬੜਾ ਹੋਣਾ, ਬਹੁਤ ਜ਼ਿਆਦਾ ਵਿਸ਼ਾਲ ਬੁੱਧੀ ਹੋਣੀ, ਜਾਂ ਫਿਰ ਪੈਸਾ ਬਹੁਤ ਜ਼ਿਆਦਾ, ਧਨ ਬਹੁਤ ਹੋਣਾ। ਇਤਿਆਦਕ ਤੇ ਗਰਭ ਨਾ ਧਰੀਏ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਮਨ 'ਚ ਹੰਕਾਰ ਨਾ ਆਵੇ, ਇਸੇ ਨੂੰ ਨਿਰਅਭਿਮਾਨੀ ਦੀ ਅਵਸਥਾ ਕਹਿੰਦੇ। ਸੋਹਣਾ ਰੂਪ ਹੋਵੇ ਤਾਂ ਮਾਣ ਆ ਜਾਂਦਾ ਹੈ,
ਚੰਗਾ ਪੜ੍ਹਿਆ ਲਿਖਿਆ ਹੋਵੇ, ਵਿਦਵਾਨ ਹੋਵੇ, ਉਹਨੂੰ ਮਾਣ ਆ ਜਾਂਦਾ ਹੈ। ਧਨ ਵਾਲਾ ਧਨਵਾਨ ਹੋਵੇ, ਉਹਨੂੰ ਮਾਣ ਆ ਜਾਂਦਾ ਹੈ। ਇਸੇ ਤਰ੍ਹਾਂ ਵਿਸ਼ਾਲ ਦਿਮਾਗ ਜ਼ਿਆਦਾ ਹੋਵੇ, ਉਹਨੂੰ ਵੀ ਮਾਣ ਆ ਜਾਂਦਾ ਵੀ ਮੇਰਾ ਦਿਮਾਗ ਬੜਾ, ਮੈਂ ਬੜਾ ਕੁਝ ਯਾਦ ਕਰ ਲੈਣਾ ਮਿੰਟਾਂ ਸਕਿੰਟਾਂ 'ਚ। ਤੋ ਇਹ ਵੀ ਮਾਣ ਹੈ। ਇਹਦਾ ਮਾਣ ਨਾ ਕਰਨਾ, ਇਹ ਸਾਰੀਆਂ ਚੀਜ਼ਾਂ ਦਾ, ਉਹਨੂੰ ਕਹਿੰਦੇ ਨੇ ਨਿਰਅਭਿਮਾਨੀ ਹੋਣਾ। ਹਾਂਜੀ, ਦਾਤਾ ਈਸ਼ਵਰ ਏਕ ਵਿਚਾਰੀਏ। ਇਹ ਜਾਣੇ ਕਿ ਦਾਤਾ ਵੀ ਇੱਕੋ ਹੈ ਤੇ ਜਿਹੜਾ ਈਸ਼ਵਰ ਵਾਹਿਗੁਰੂ ਪਰਮੇਸ਼ਰ ਉਹ ਵੀ ਇੱਕੋ ਹੈ। ਤੀਰਥ ਵਰਤ ਆਦ ਕਰ ਕਰਮ। ਤੀਰਥ ਯਾਤਰਾ ਕਰੇ, ਵਰਤ ਰੱਖੇ, ਚਾਹੇ ਕਰਮ ਕਰੇ, ਇਹਨਾਂ ਸਾਰਿਆਂ ਕਰਮਾਂ ਨੂੰ ਕਰਨ ਤੋਂ ਬਾਅਦ ਨੈ ਅਭਿਮਾਨ ਤਰੋ ਜੁਤ ਸ਼ਰਮ। ਜਿੰਨੇ ਵੀ ਕਰਮ ਕਰੇ ਜਾਣ, ਉਹਨਾਂ ਤੋਂ ਬਾਅਦ ਅਭਿਮਾਨ ਨਾ ਕਰੇ ਵੀ ਮੈਂ ਕੀਤੇ ਨੇ। ਕਿਸੇ ਗੁਰੂ ਘਰ ਦੀ ਯਾਤਰਾ ਕਰ ਲਈ ਤੇ ਮਾਣ ਨਾ ਕਰੀ ਫਿਰੇ, ਜਾਂ ਕੋਈ ਹੋਰ ਚੰਗਾ ਕੰਮ ਕਰ ਲਿਆ ਉਹਦਾ ਮਾਣ, ਇਹਦਾ ਮਾਣ ਨਹੀਂ ਕਰਨਾ। ਭਾਈ ਦਇਆ ਸਿੰਘ ਜੀ ਕਹਿੰਦੇ ਜਿੰਨੇ ਤੁਸੀਂ ਚੰਗੇ ਕਰਮ ਕਰਦੇ ਹੋ, ਉਹਨਾਂ ਨੂੰ ਕਰਨ ਤੋਂ ਬਾਅਦ ਉਹਦਾ ਹੰਕਾਰ ਨਹੀਂ ਕਰਨਾ, ਮਾਣ ਨਹੀਂ ਕਰਨਾ। ਕਰੇ ਸੋ ਕਰਮ ਧਰੇ ਅਭਿਮਾਨ। ਜਿਹੜਾ ਕਰਮ ਕਰਕੇ ਅਭਿਮਾਨ ਕਰਦਾ ਵੀ ਮੈਂ ਕੀਤਾ, ਮੈਂ ਕਰਦਾ, ਮੈਂ ਆਹ ਕੀਤਾ, ਮੈਂ ਉਹ ਕੀਤਾ, ਜਿਹੜਾ ਕਹਿੰਦੇ ਕਰਮ ਕਰਕੇ ਆਪਣੇ ਮਨ 'ਚ ਉਹਨਾਂ ਕਰਮਾਂ ਦਾ ਅਭਿਮਾਨ ਰੱਖਦਾ, ਨਿਪਲ ਜਾਤ ਜਿਉ ਗਜ ਇਸ਼ਨਾਨ। ਪਾਤਸ਼ਾਹ ਕਹਿੰਦੇ ਉਹਦੇ ਜਿੰਨੇ ਕਰਮ ਧਰਮ ਨੇ, ਜੇ ਮਾਣ ਨਾਲ ਕੀਤੇ ਨੇ, ਏਦਾਂ ਨਿਸ਼ਫਲ ਜਾਂਦੇ ਨੇ ਜਿਵੇਂ ਹਾਥੀ ਦਾ ਇਸ਼ਨਾਨ ਕੀਤਾ ਨਿਸ਼ਫਲ ਹੈ। ਹਾਥੀ ਇੱਕ ਸਿਰਿਓਂ ਨਹਾ ਕੇ ਬਾਹਰ ਆਉਂਦਾ, ਦੂਜੇ ਸਿਰਿਓਂ ਨਾਲ ਹੀ ਸੁੰਡ ਦੀ ਭਰ ਕੇ ਮਿੱਟੀ ਦੀ, ਤੇ ਉਹ ਸਿਰ ਤੇ ਪਾ ਕੇ ਸਾਰਾ ਪਿੰਡਾ ਫਿਰ ਮਿੱਟੀ ਨਾਲ ਭਰ ਲੈਂਦਾ। ਨਹਾ ਕੇ ਆਇਆ ਬਾਹਰ ਸਾਫ਼ ਸਰੋਵਰ ਵਿੱਚੋਂ, ਤਲਾਬ 'ਚੋਂ ਬਾਹਰ ਆਉਂਦਿਆਂ ਫਿਰ ਮਿੱਟੀ ਪਾ ਲਈ। ਇੱਦਾਂ ਜਿਹੜੇ ਕੋਈ ਚੰਗੇ ਕਰਮ ਕਰਕੇ ਨਾਲ ਮਾਣ ਕਰਦੇ ਆ, ਉਹ ਨਾ ਪਹਿਲਾਂ ਚੰਗੇ ਕੰਮ ਕਰਕੇ ਇਸ਼ਨਾਨ ਕਰ ਲਿਆ, ਮੁੜ ਕੇ ਉੱਤੇ ਹੰਕਾਰ ਦੀ ਫਿਰ ਮਿੱਟੀ ਪਾ ਲਈ, ਫਿਰ ਫਾਇਦਾ ਕੀ ਹੋਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਹਿ ਫਲ ਜਾਤ ਤੇ, ਜਿਉ ਕੁੰਚਰ ਇਸ਼ਨਾਨ। ਨੌਵੇਂ ਪਾਤਸ਼ਾਹ ਇੰਨੇ ਪਿਆਰੇ ਮਿੱਠੇ ਬੋਲ ਬੋਲਦੇ ਆ, ਕਹਿੰਦੇ ਬਈ ਤੀਰਥਾਂ ਤੇ ਯਾਤਰਾ ਕਰਕੇ, ਵਰਤ ਰੱਖ ਕੇ, ਦਾਨ ਪੁੰਨ ਕਰਕੇ, ਮੁੜ ਕੇ ਮਨ 'ਚ ਗੁਮਾਨ ਕਰੋ। ਕਹਿੰਦੇ ਏਦਾਂ ਨਿਸ਼ਫਲ ਨੇ ਜਿਵੇਂ ਹਾਥੀ ਦਾ ਨਹਾਣਾ ਨਿਸ਼ਫਲ ਹੈ, ਜਿਵੇਂ ਹਾਥੀ ਦਾ ਨਾਤਾ ਪ੍ਰਵਾਨ ਨਹੀਂ ਹੈ। ਆਪਣੋ ਜਸ ਪਰ ਨਿੰਦ ਨ ਕਹੇ। ਆਪਣੀ ਉਪਮਾ ਨਾ ਕਰੇ ਆਪਣੇ ਮੂੰਹੋਂ, ਤੇ ਦੂਜੇ ਦੀ ਨਿੰਦਾ ਨਾ ਕਰੇ ਆਪਣੇ ਮੁਖੋਂ। ਆ ਦੋਵੇਂ ਕੰਮ, ਆਪਣੀ ਵਡਿਆਈ ਨਹੀਂ ਕਹਿਣੀ ਕਦੇ ਆਪਣੇ ਮੁਖੋਂ। ਅਸੀਂ ਆਪਣੇ ਕੀਤੇ ਕੰਮ ਹੀ ਦੱਸਦੇ ਹਾਂ, ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਫਲਾਣੀ ਥਾਂ ਤੇ ਆ ਚੰਗਾ ਕੰਮ ਕੀਤਾ। ਆਪਣੇ ਮੂੰਹੋਂ ਮੀਆਂ ਮਿੱਠੂ ਨਹੀਂ ਬਣਨਾ ਸਿੱਖ ਨੇ। ਤੁਸੀਂ ਜੋ ਕਰੋ ਦੁਨੀਆ ਆਖੇ, ਵੇਖ ਕੇ ਆਖੇ ਵੀ ਹਾਂ ਫਲਾਣੇ ਨੇ ਕੀਤਾ, ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈ। ਤੇ ਆਪਣੇ ਮੂੰਹੋਂ ਕਦੀ ਆਪਣੀ ਉਪਮਾ ਨਹੀਂ ਕਰਨੀ। ਦੂਜਾ, ਆਪਣੇ ਮੂੰਹੋਂ ਕਦੇ ਕਿਸੇ ਦੀ ਨਿੰਦਾ ਵੀ ਨਹੀਂ ਕਰਨੀ। ਹਾਂਜੀ, ਕਹੇ ਤਾਂ ਇਸ ਤੇ ਪੀ ਅਗ ਲਹੇ। ਕਹਿੰਦੇ ਜੇ ਏਦਾਂ ਕਵੇ ਨਾ, ਆਪਣੇ ਮੂੰਹੋਂ ਆਪਣੀ ਉਪਮਾ ਤੇ ਦੂਜੇ ਦੀ ਨਿੰਦਾ ਕਵੇ, ਭਾਈ ਦਇਆ ਸਿੰਘ ਜੀ ਕਹਿੰਦੇ ਇਹਦਾ ਬੜਾ ਵੱਡਾ ਪਾਪ ਲੱਗਦਾ ਹੈ, ਇਹਦਾ ਬੜਾ ਵੱਡਾ ਗੁਨਾਹ ਲੱਗਦਾ ਹੈ। ਦਾਨ ਕਰਿਓ ਮੁਖ ਤੇ ਨੈ ਭਾਖੈ। ਜੇ ਤੁਸੀਂ ਦਾਨ ਕੀਤਾ ਤੇ ਉਹ ਵੀ ਆਪਣੇ ਮੂੰਹੋਂ ਨਹੀਂ ਬੋਲ ਕੇ ਦੱਸਣਾ ਵੀ ਮੈਂ ਦਾਨ ਕੀਤਾ, ਮੈਂ ਇੰਨਾ ਪੈਸਾ ਫਲਾਣੀ ਥਾਂ ਤੇ ਦਿੱਤਾ। ਮੈਂ ਕੋਈ ਨੋਟ ਵੀ ਮੱਥਾ ਟੇਕਣਾ ਹੋਵੇ ਨਾ, ਕਈ ਐਨ ਵਿਖਾ ਕੇ ਉਹਨੂੰ ਕੜਕਦਾ ਜਾਂ ਬੱਤੀ ਜੀ ਵੱਟ ਕੇ ਇਦਾਂ ਸਾਰੇ ਪਾਸੇ ਵਿਖਾਉਂਦੇ ਫਿਰ ਆ ਕੇ ਨਾਲੇ ਰਾਗੀ ਸਿੰਘ ਨੂੰ ਰੱਖਿਆ, ਨਾਲੇ ਮਹਾਰਾਜ ਜੀ ਦੇ। ਇਹ ਨਹੀਂ ਵਿਧਾਨ ਹੈ। ਜਿਹੜਾ ਦਾਨੀ ਆ, ਦਾਨ ਕਰਨ ਵਾਲਾ, ਉਹ ਦਾਨ ਕਰਕੇ ਵਿਖਾਵਾ ਨਾ ਕਰੇ, ਦੱਸਦਾ ਨਾ ਫਿਰੇ। ਇੱਕ ਮਹਾਂਪੁਰਸ਼ ਕਹਿੰਦੇ ਆ, ਉਹ ਕਹਿੰਦੇ ਆ ਵੀ ਤਿੰਨ ਚੀਜ਼ਾਂ ਚੇਤੇ ਰੱਖੋ, ਦਾਨ ਦਿਓ ਰਜਾ ਕੇ, ਤੇ ਰਜਾ ਕੇ ਫਿਰ ਉੱਥੇ ਜਾ ਕੇ ਜਿੱਥੇ ਉਹ ਰਹਿਣ, ਉਹਨੂੰ ਨਾ ਤੁਹਾਡੇ ਤਾਈਂ ਆਉਣਾ ਪਏ।
ਤੇ ਫਿਰ ਤੀਜਾ ਛਿਪਾ ਕੇ ਦਾ ਮਤਲਬ ਹੈ ਵੀ ਤੁਸੀਂ ਆਪਣੇ ਹੱਥ ਨਾਲ ਸੱਜੇ ਨਾਲ ਦਾਨ ਕੀਤਾ, ਤੁਹਾਡੇ ਖੱਬੇ ਨੂੰ ਮਾਣ ਨਹੀਂ ਹੋਣਾ ਚਾਹੀਦਾ, ਉਹਨੂੰ ਨਾ ਪਤਾ ਹੋਵੇ। ਤੋ ਭਾਈ ਦਇਆ ਸਿੰਘ ਜੀ ਕਹਿੰਦੇ ਦਾਨ ਕਰਿਓ ਮੁਖ ਤੇ ਨਹਿ ਭਾਖੈ, ਕਦੇ ਆਪਣੇ ਮੂੰਹ ਨਾ ਕਹੇ ਜੀ ਮੈਂ ਬੜੇ ਦਾਨ ਪੁੰਨ ਕਰਦਾ ਹਾਂ। ਸਦਾ ਛਪਾਵਨ ਕੋ ਅਭਿਲਾਖੈ, ਸਗੋਂ ਦਾਨ ਕਰਕੇ ਉਹਨੂੰ ਛਪਾਵੇ ਤਾਂ ਹੀ ਉੱਗੇਗਾ ਨਾ। ਉਹ ਜੇ ਬੀਜ ਉੱਤੇ ਹੀ ਏਦਾਂ ਜ਼ਮੀਨ ਤੇ ਸੁੱਟ ਦਿੱਤਾ ਤੇ ਉਹਨੇ ਥੋੜੀ ਉੱਗਣਾ। ਜਦੋਂ ਉਹਨੂੰ ਮਿੱਟੀ ਦੇ ਵਿੱਚ ਬੀਜੋਗੇ ਉੱਤੇ ਮਿੱਟੀ ਪਏਗੀ, ਲੁਕੇਗਾ ਵਿੱਚ, ਫੇਰ ਹੀ ਉਹਨੇ ਉੱਗਣਾ। ਜੇ ਉੱਤੇ ਪਿਆ ਰਹਿ ਗਿਆ ਤੇ ਉਹ ਤੇ ਲੈ ਜਾਣਾ ਪੰਛੀਆਂ ਨੇ ਚੁਗ ਕੇ, ਜਾਂ ਉੱਤੇ ਹੀ ਪਿਆ ਸੁੱਕ ਸੜ ਜਾਣਾ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਦਾਨ ਦੇ ਕੇ ਮੁਖ ਤੋਂ ਨਾ ਕਹੇ, ਸਗੋਂ ਨੂੰ ਛੁਪਾ ਕੇ ਰੱਖੇ, ਭਾਵ ਵੀ ਇਹ ਪ੍ਰਗਟ ਹੀ ਨਾ ਹੋਣ ਦੇਵੇ ਕਿ ਅਸੀਂ ਦਾਨ ਕੀਤਾ ਜਾਂ ਮੈਂ ਦਾਨ ਕੀਤਾ। ਮਿੱਠ ਬੋਲਣਾ, ਹੁਣ ਮਿੱਠ ਬੋਲਣ ਦਾ ਉਪਦੇਸ਼ ਦਿੰਦੇ ਹਨ। ਮధుਰ ਕਹੇ ਸਭ ਕੋ ਤ੍ਰਿਪਤਾਵੈ, ਔਰ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਓ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਮਿੱਠ ਬੋਲੜਾ ਜੀ, ਸਤਿਗੁਰੂ ਜੀ ਮਿੱਠ ਬੋਲੜੇ ਨੇ। ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਵਾਹਿਗੁਰੂ ਬੜੇ ਪਿਆਰੇ ਮਿੱਠੇ ਬੋਲ ਨੇ ਤੁਹਾਡੇ, ਮਿੱਠੇ ਬਚਨ ਨੇ। ਸਤਿਗੁਰੂ ਬਚਨ ਤੁਮਾਰੇ, ਮਹਾਰਾਜ ਜੀ ਦੇ ਬਚਨ ਜਿਹੜੇ ਆ ਬੜੇ ਮਿੱਠੇ ਨੇ, ਕਿਉਂਕਿ ਸਤਿਗੁਰੂ ਜੀ ਮਿੱਠ ਬੋਲੜੇ ਨੇ। ਇਸ ਕਰਕੇ ਸਿੰਘੋ ਭਾਈ ਦਇਆ ਸਿੰਘ ਜੀ ਕਹਿੰਦੇ ਆ ਮਧੁਰ ਕਹਿ ਸਭ ਕੋ ਤ੍ਰਿਪਤਾਵੈ। ਮਿੱਠੇ ਬੋਲ ਬੋਲ ਕੇ ਸਾਰਿਆਂ ਦੇ ਹਿਰਦਿਆਂ ਨੂੰ ਠੰਡਾ ਕਰੇ। ਜਿਹੜਾ ਆਵੇ ਉਹਨੂੰ ਬਿਠਾ ਜੀ ਆਓ ਜੀ, ਜੀ ਆਇਆਂ ਨੂੰ ਜੀ, ਪਿਆਰ ਨਾਲ ਦੋ ਸ਼ਬਦ ਕਹਿ ਕੇ। ਕਿੰਨੀ ਕਿ ਇਹਦੇ 'ਚ ਕੀ ਕਾਹਦੀ ਕੰਜੂਸੀ ਕਰਨੀ ਹੋਈ। ਆਉਂਦੇ ਨੂੰ ਅੱਗੋਂ ਵੱਟਾ ਮਾਰਨਾ, ਪਿੱਛੇ ਹਟ ਪਿੱਛੇ ਹਟ, ਹੱਥ ਨਹੀਂ ਲਾਉਣਾ। ਇਹ ਪਿੱਟ ਨਾ ਜਾਏ ਚੀਜ਼, ਇੱਥੇ ਕਿਤੇ ਮਾੜਾ ਹੱਥ ਨਹੀਂ ਲਾਣਾ। ਕਰੋਨਾ ਤਾਂ ਹੁਣ ਆਇਆ ਨਾ, ਉਹ ਪਹਿਲਾਂ ਹੀ ਕਹੀ ਇਦਾਂ ਪਿੱਛੇ ਕਰ ਲਓ ਹੱਥ, ਨਾ ਨਾ ਹੱਥ ਨਹੀਂ ਲਾਉਣਾ ਤੁਸੀਂ, ਅੱਗੇ ਨਹੀਂ ਆਉਣਾ ਜੀ। ਇਹ ਸੁੱਚੀ ਸੱਚੀ ਚੀਜ਼ ਹੈ ਜੀ। ਉਹ ਆਉਂਦੇ ਦਾ ਹੀ ਮਨ ਤੋੜ ਦੇਣਾ। ਇਹ ਕਿਹੜਾ ਮਿੱਠ ਬੋਲੜਾ ਹੋਣ ਦਾ ਹਿਸਾਬ ਹੈ। ਮਿੱਠ ਬੋਲੜਾ ਜੀ ਭਾਈ, ਮਿੱਠੇ ਬੋਲ ਬੋਲਣੇ ਆਪਣੀ ਰਸਨਾ ਤੋਂ ਕਹਿ ਕੇ ਜਿਸ ਕਿਸੇ ਦਾ ਹਿਰਦਾ ਸ਼ਾਂਤ ਕਰ ਦੇ। ਆਓ ਮਹਾਰਾਜ ਜੀ ਬੈਠੋ ਜੀ, ਜੀ ਆਇਆਂ ਨੂੰ। ਤੋ ਏਦਾਂ ਮਿੱਠੇ ਬੋਲਣ ਦੇ ਨਾਲ ਇਹਦੇ 'ਚ ਕੁਝ ਪੈਸਾ ਵੀ ਨਹੀਂ ਖਰਚ ਹੋਇਆ। ਇਹਦੇ 'ਚ ਕਾਹਦੀ ਕੰਜੂਸੀ ਕਰਨੀ, ਵਿਦਵਾਨ ਕਹਿੰਦੇ। ਤੋ ਕਿਸੇ ਦਾ ਹਿਰਦਾ ਤ੍ਰਿਪਤਾਉਣਾ, ਏਦਾਂ ਦੇ ਬੋਲ ਬੋਲਣੇ। ਫੀਕਾ ਬੋਲ ਨਾ ਕਿਸੀ ਦੁਖਾਵੇ, ਫਿੱਕਾ ਬੋਲ ਬੋਲ ਕੇ ਕਦੇ ਨਾ ਕਿਸੇ ਨੂੰ ਦਿਖਾਵੇ। ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਫਿੱਕਾ ਬੋਲਿਆ ਤਨ ਮਨ ਦੋਵੇਂ ਫਿੱਕਾ ਹੋ ਜਾਂਦੇ ਹਨ। ਮਨਮੁਖ ਫਿੱਕਾ ਅਲਾਓ ਵਚਨ ਕਿਹਾ ਸਤਿਗੁਰਾਂ ਨੇ। ਜਿਹੜਾ ਮਨਮੁਖ ਹੈ ਉਹ ਫਿੱਕਾ ਬੋਲਦਾ ਹੈ। ਪਰ ਕੋਈ ਕਹੇ ਹੁਣ ਫਿੱਕਾ ਬੋਲੀ ਜੇ, ਆ ਕੇ ਸਿਰੇ ਚੜ ਕੇ ਬੋਲੀ ਜੇ, ਪਹਿਲਾਂ ਤਾਂ ਸੁਣੀ ਜੇ। ਪਰ ਕਈ ਵਾਰੀ ਕਈਆਂ ਦਾ ਸੁਭਾਅ ਹੁੰਦਾ, ਉਹ ਕਹਿੰਦੇ ਆ ਡਰੀ ਜਾਂਦਾ ਮੇਰੇ ਕੋਲ ਬੋਲਦਾ ਨਹੀਂ, ਫਿਰ ਅੱਗੋਂ ਉਹਨੂੰ ਦੇਣਾ ਵੀ ਪੈਂਦਾ। ਚੰਡੀ ਦੀ ਵਾਰ ਵੀ ਪੜ੍ਹ ਲੈਨੇ ਆਪਾਂ ਕਦੇ ਕਦੇ। ਤੇ ਇਸ ਕਰਕੇ ਫਿੱਕਾ ਬੋਲਣਾ ਹੀ ਨਹੀਂ ਹੈ। ਨਾਨਕ ਫਿੱਕਾ ਬੋਲਿਆ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਤੋ ਮਨਮੁਖ ਫੀਕਾ ਅਲਾਓ। ਭਾਈ ਦਇਆ ਸਿੰਘ ਜੀ ਕਹਿੰਦੇ ਫਿੱਕਾ ਨਹੀਂ ਬੋਲਣਾ। ਪਰ ਜਦੋਂ ਜੰਗ ਦੇ ਮੈਦਾਨ 'ਚ ਸਿੰਘ ਲੜਦੇ ਹੋਣਗੇ, ਉਦੋਂ ਵੰਗਾਰਦੇ ਨੇ ਦੁਸ਼ਮਣ ਨੂੰ, ਉਦੋਂ ਵੀਰ ਅਸੀਂ ਬੋਲ। ਉਹ ਸਮੇਂ ਸਮੇਂ ਦੀ ਪਰਿਸਥਿਤੀ ਹੁੰਦੀ ਹੈ। ਹਾਂਜੀ, ਧਰਮ ਕਿਰਤ, ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੰਦੇ ਨੇ। ਧਰਮ ਕ੍ਰਿਤ ਕਰ ਦਰਬ ਕਮਾਵੇ, ਧਰਮ ਦੀ ਕਿਰਤ ਕਰਕੇ ਯਾਨੀ ਕਿ ਇਮਾਨਦਾਰੀ ਨਾਲ ਮਿਹਨਤ ਕਰਕੇ ਧਨ ਕਮਾਵੇ। ਵੰਡ ਛਕਣਾ, ਫਿਰ ਉਹਨੂੰ ਵੰਡ ਕੇ ਛਕਣ ਦਾ ਹੁਕਮ ਕਰਦੇ ਨੇ। ਭਾਈ ਦਇਆ ਸਿੰਘ ਜੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਦ੍ਰਿੜ ਕਰਾਉਂਦੇ ਆ ਖਾਲਸੇ ਨੂੰ। ਬੰਟ ਅਤਿਥੀਨ ਕੋ ਪੁਨ ਖਾਵੇ, ਕਹਿੰਦੇ ਵੰਡ ਕੇ ਛਕਣਾ। ਅਤਿਥੀ ਪ੍ਰਾਹੁਣਾ ਆ ਜੇ ਉਹਨੂੰ ਵੰਡ ਕੇ ਕਹਿੰਦੇ ਛਕਣ ਦੀ ਬਿਰਤੀ ਰੱਖਣੀ ਹੈ। ਸਵੱਛਤਾ, ਹੁਣ ਪਵਿੱਤਰਤਾ ਵੀ ਰੱਖਣੀ ਹੈ, ਸਵੱਛਤਾ ਵੀ ਰੱਖਣੀ। ਉਹ ਕਿਹੜੀ ਦੱਸਦੇ ਨੇ? ਉਪਰ ਵਸਤਰ ਨਾ ਰੱਖੇ ਮਲੀਨ, ਮੈਲੇ ਕੱਪੜੇ ਨਾ ਪਾਵੇ ਆਪਣੇ ਤਨ ਤੇ। ਜਿਹੜਾ ਸਿੱਖ ਹੈ
ਮਲਨ ਕੱਪੜੇ ਨਾ ਪਾਵਿਆਨ, ਦੇਵਤਾ ਬਣ ਕੇ ਰਹੇ। ਆਪਣੇ ਵਸਤਰਾਂ ਨੂੰ ਧੋ ਕੇ ਸਵੱਛ ਕਰਕੇ ਤਨ ਤੇ ਧਾਰਨ ਕਰੇ। ਤਿਮ ਕਾਇਆ ਕੋ ਨਿਤ ਮਲਹੀਨ। ਜਿੱਥੇ ਕੱਪੜੇ ਸ਼ੁੱਧ ਰੱਖਣੇ, ਸਰੀਰ ਵੀ ਸ਼ੁੱਧ ਰੱਖਣਾ। ਮਹਾਰਾਜ ਜੀ ਨੇ ਜਿੱਥੇ ਅੰਤਸ਼ਕਰਨ ਦੀ ਸ਼ੁੱਧੀ ਦੱਸੀ ਹੈ, ਉੱਥੇ ਸਰੀਰ ਦੀ ਸ਼ੁੱਧੀ ਵੀ ਦੱਸੀ ਹੈ ਕਿ ਸਰੀਰ ਨੂੰ ਵੀ ਸਾਫ਼ ਸੁਥਰਾ ਰੱਖਣਾ, ਮੈਲ ਤੋਂ ਰਹਿਤ ਰੱਖਣਾ ਹੈ। ਕਹਿਣ ਤੋਂ ਭਾਵ ਤਨ ਦੀ ਨਿਰਮਲਤਾ ਜਿਹੜੀ ਆ ਅਰੋਗਤਾਈ ਬਖਸ਼ਦੀ ਹੈ। ਸਰੀਰ ਮੈਲਾ ਕੁਚੈਲਾ ਰਹੇ, ਮੈਲੇ ਕੁਚੈਲੇ ਕੱਪੜੇ ਪਾਏ ਹੋਣ ਤੇ ਸਰੀਰ ਦੇ ਫਿਰ ਅੰਦਰ ਸਰੀਰ ਵੀ ਫਿਰ ਬਿਮਾਰ ਰਹਿੰਦਾ ਹੈ, ਰੋਗਾਗ੍ਰਸਤ ਹੋ ਜਾਂਦਾ ਹੈ। ਇਸ ਕਰਕੇ ਭਾਈ ਸਰੀਰ ਵੀ ਸਵੱਛ ਰੱਖਣਾ, ਤਾਂ ਜੋ ਹਿਰਦਾ ਵੀ ਸਵੱਛ, ਉਹ ਤਾਂ ਰੱਖਣਾ ਹੀ ਰੱਖਣਾ ਗੁਰਬਾਣੀ ਪੜ੍ਹਨ ਦੇ ਨਾਲ। ਹਾਂਜੀ, ਕੁਸੰਗ ਨਹੀਂ ਕਰਨਾ। ਜਿਹੜੇ ਖੋਟੇ ਲੋਕ ਨੇ, ਭੈੜੀ ਬਿਰਤੀ ਰੱਖਣ ਵਾਲੇ ਕੁਸੰਗੀ ਨੇ, ਉਹਨਾਂ ਦਾ ਸੰਗ ਨਹੀਂ ਕਰਨਾ। ਹੁਣ ਉਹ ਦੱਸਦੇ ਹਨ, ਚੋਰ ਜਾਰ ਬਟ ਪਾਰ ਜੁਆਰੀ। ਕਿਹਦਾ ਸੰਗ ਨਹੀਂ ਕਰਨਾ? ਸੁਣੋ ਬਈ, ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜੇ ਕੁਸੰਗੀ ਨੇ, ਉਹ ਕਿਹੜੇ ਕਿਹੜੇ ਕੁਸੰਗੀ ਆ ਜਿਨ੍ਹਾਂ ਦਾ ਸੰਗ ਨਹੀਂ ਕਰਨਾ? ਪਹਿਲੇ ਨੇ ਚੋਰ, ਚੋਰਾਂ ਦਾ ਸੰਗ ਨਹੀਂ ਕਰਨਾ। ਚੋਰਾਂ ਵਿੱਚ ਉੱਠਣਾ ਬੈਠਣਾ ਹੋਵੇਗਾ ਤਾਂ ਸਮਾਜਿਕ ਤੌਰ ਦੇ ਉੱਤੇ ਵੀ ਲੋਕਾਂ ਦਾ ਬਹਿਸ਼ਕਾਰ ਮਿਲਦਾ ਹੈ। ਧਾਰਮਿਕ ਤੌਰ ਤੇ ਤਾਂ ਹੈ ਹੀ ਹੈ, ਸਮਾਜਿਕ ਤੌਰ ਤੇ ਵੀ ਲੋਕ ਭਾਵੇਂ ਆਪ ਚੋਰੀ ਨਾ ਕਰੇ, ਚੋਰਾਂ 'ਚ ਬੈਠਾ ਹੋਵੇ, ਲੋਕ ਇਹੀ ਕਹਿੰਦੇ ਇਹਦਾ ਵੀ ਹਿੱਸਾ ਹੁੰਦਾ ਨਾਲ, ਇਹ ਵੀ ਚੋਰ ਹੈ। ਪੁਲਿਸ ਵਾਲੇ ਫੜ ਲੈਣ ਤੇ ਉਹਨੂੰ ਵੀ ਫੜ ਲੈਂਦੇ ਜਿਹਨੇ ਨਾ ਕੀਤੀ ਹੋਵੇ, ਨਾਲ ਉੱਦਾਂ ਖਲੋਤਾ ਹੋਵੇ ਫੜ ਕੇ ਲੈ ਜਾਂਦੇ ਹੈ, ਉਹਦੀ ਵੀ ਪੁੱਛ ਗਿੱਛ ਤਾਂ ਹੁੰਦੀ ਹੈ ਨਾ। ਇਸ ਕਰਕੇ ਭਾਈ ਚੋਰ ਦਾ ਸੰਗ ਨਹੀਂ ਕਰਨਾ। ਦੂਸਰਾ, ਜਿਹੜੇ ਮਾੜੀਆਂ ਬਿਰਤੀਆਂ ਰੱਖਣ ਵਾਲੇ, ਯਾਰੀਆਂ ਲਾਉਣ ਵਾਲੇ, ਪਰ ਇਸਤਰੀਆਂ ਦੇ ਗਾਮੀ ਲੋਕ ਨੇ, ਵਿਭਚਾਰੀ ਲੋਕ ਨੇ, ਉਹਨਾਂ ਦੀ ਸੰਗਤ ਨਹੀਂ ਕਰਨੀ। ਬਟਪਾਰ ਰਾਹ ਮਾਰ ਜਿਹੜੇ ਠੱਗ ਹੁੰਦੇ ਹੈ, ਜਿਹੜੇ ਰਸਤਾਂ 'ਚ ਖੋਲੋ ਕੇ ਲੁੱਟ ਖੋਹਾਂ ਕਰਦੇ ਨੇ, ਉਹਨਾਂ ਨੂੰ ਬਟਪਾਰ ਕਹਿੰਦੇ ਨੇ। ਇਹਨਾਂ ਦਾ ਸੰਗ ਨਹੀਂ ਕਰਨਾ। ਤੇ ਜੇ ਪਤਾ ਹੈ ਵੀ ਇਹ ਬੰਦਾ ਇਦਾਂ ਦਾ, ਫਿਰ ਉਹਦਾ ਸੰਗ ਨਹੀਂ ਕਰਨਾ ਹੈ। ਉਹਦੇ ਕੋਲ ਭਾਵੇਂ ਸਕਾ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ। ਤੋ ਜੁਆਰੀ, ਜਿਹੜਾ ਜੂਆ ਖੇਡਣ ਵਾਲਾ, ਉਹਦਾ ਵੀ ਸਿੱਖ ਨੇ ਸੰਗ ਨਹੀਂ ਕਰਨਾ ਹੈ, ਕਿਉਂਕਿ ਇਹੋ ਜਿਹਿਆਂ ਦੀ ਸੰਗਤ ਕਰਕੇ ਉਹਨਾਂ ਦਾ ਰੰਗ ਆਉਣਾ ਸ਼ੁਰੂ ਹੋ ਜਾਂਦਾ ਹੈ। ਕਈ ਜੁਆਰੀ ਹੁੰਦੇ ਨੇ, ਭਾਵੇਂ ਗੁਰਸਿੱਖਾਂ ਦੇ ਬਾਣੇ 'ਚ ਹੋਣ, ਫਿਰ ਵੀ ਜੂਆ ਖੇਡਦੇ ਨੇ, ਐਸੇ ਵੇਖਣ ਵਿੱਚ ਆਉਂਦੇ ਆ। ਉਹ ਜੂਆ ਵੱਖਰੇ ਤਰੀਕੇ ਦਾ ਵੀ ਆ, ਟਿਕਟਾਂ ਵਗੈਰਾ ਜਿਹੜੀਆਂ ਹੁੰਦੀਆਂ, ਨੰਬਰ ਲਾਉਂਦੇ ਆ, ਪਤਾ ਨਹੀਂ ਕਿੱਦਾਂ। ਉਹ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮੇ ਦਾ ਉੱਤੇ ਨੰਬਰ ਵੇਖ ਕੇ ਜਾਂਦੇ। ਕਈ ਇਹੋ ਜਿਹੇ ਜੁਆਰੀ ਵੀ ਹਨ ਵੀ ਅੱਜ ਹੁਕਮਨਾਮੇ ਦਾ ਜਿਹੜਾ ਉੱਤੇ ਨੰਬਰ ਲਾਇਆ, ਇਹਦੇ ਤੇ ਸੱਟਾ ਲਾਉਣਾ ਹੈ। ਤੋ ਇਦਾਂ ਦੀਆਂ ਬਿਰਤੀਆਂ ਵਾਲਿਆਂ ਦਾ ਜੇ ਪਤਾ ਵੀ ਹੈਣ, ਇਦਾਂ ਦੇ ਲੋਕ ਸਾਨੂੰ ਸਮਾਜ ਵਿੱਚ ਵੇਖਣ 'ਚ ਮਿਲ ਹੀ ਜਾਂਦੇ ਆ, ਉਹਨਾਂ ਦਾ ਸੰਗ ਨਹੀਂ ਕਰਨਾ, ਉਹਨਾਂ ਦਾ ਤਿਰਸਕਾਰ ਕਰਨਾ। ਇਹੋ ਜਿਹੇ ਮਲੇਛਾਂ ਦਾ, ਜੁਆਰੀਆਂ ਦਾ ਵੀ ਸੰਗ ਨਹੀਂ ਕਰਨਾ। ਕ੍ਰਿਤ ਕਨ ਬੰਚਕ ਛਲੀ ਕੁਚਾਰੀ। ਜਿਹੜਾ ਕਿਰਤ ਘਣ ਬੰਦਾ ਹੈ, ਜਿਹੜਾ ਕਿਸੇ ਦੀ ਕੀਤੀ ਨੂੰ, ਨੇਕੀ ਨੂੰ ਖੂਹ 'ਚ ਪਾ ਦੇਵੇ, ਉਹਦੀ ਭੰਡੀ ਕਰੇ। ਜਿਹਦੀ ਕਿਸੇ ਨੇ ਨੇਕੀ ਕੀਤੀ, ਸਗੋਂ ਉਹਦਾ ਮਾੜਾ ਬੋਲੇ, ਉਹਦਾ ਮਾੜਾ ਸੋਚੇ, ਮਾੜਾ ਕਰੇ। ਇਹੋ ਜਿਹਾ ਜਿਹੜਾ ਕਿਰਤ ਘਣ ਬੰਦਾ, ਉਹਦੀ ਵੀ ਸੰਗਤ ਨਹੀਂ ਕਰਨੀ ਸਿੱਖ ਨੇ, ਕਿਉਂਕਿ ਸਿੱਖ ਨਸ਼ੁਕਰਾ ਨਾ ਹੋਵੇ। ਸਿੱਖ ਹਮੇਸ਼ਾ ਆਪਣੇ ਰੱਬ ਦੇ ਸ਼ੁਕਰ 'ਚ ਜੁੜਿਆ ਰਹੇ। ਇਸ ਕਰਕੇ ਨਸ਼ੁਕਰਿਆਂ ਦਾ ਸੰਗ ਨਹੀਂ ਕਰਨਾ, ਕਿਰਤ ਘਣਾਂ ਦਾ। ਜਿਹੜੇ ਬੰਚਕ ਨੇ, ਠੱਗੀਆਂ ਕਰਨ ਵਾਲੇ ਹਨ। ਠੱਗੀ ਕਿਵੇਂ ਕਰਦੇ? ਕਈ ਅੱਜ ਕੱਲ੍ਹ ਤਾਂ ਇੰਟਰਨੈਟ ਦੇ ਮਾਧਿਅਮ ਰਾਹੀਂ ਬੜੀਆਂ ਏਜੰਸੀਆਂ ਜੀਆਂ ਬਣਾ ਕੇ ਠੱਗੀਆਂ ਹੁੰਦੀਆਂ ਨੇ। ਇਹੋ ਜਿਹੇ ਠੱਗਾਂ ਦਾ ਸੰਗ ਨਹੀਂ ਕਰਨਾ ਹੈ, ਜਿਹੜੇ ਠੱਗੀਆਂ ਕਰਦੇ ਨੇ। ਜਾਂ ਫਿਰ ਜਿਹੜੇ ਛਲੀਏ ਨੇ, ਛਲ ਕਰਨ ਵਾਲੇ, ਫਰੇਬ ਕਰਨ ਵਾਲੇ, ਬਾਹਰੋਂ ਹੋਰ ਅੰਦਰੋਂ, ਉਹਨਾਂ ਦਾ ਸੰਗ ਵੀ ਨਹੀਂ ਕਰਨਾ। ਕੁਚਾਰੀ, ਮਾੜੇ ਚਾਲ ਚੱਲਣ ਵਾਲਾ ਬੰਦਾ, ਚਰਿੱਤਰ ਮਾੜਾ ਜਿਸ ਦਾ ਹੋਵੇ, ਸਮਾਜ ਵਿੱਚ ਜਿਸ ਨੂੰ ਮਾੜੀ ਨਜ਼ਰ ਨਾਲ, ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੋਵੇ, ਉਹਨਾਂ ਮਾੜੇ ਆਚਰਣ ਵਾਲਿਆਂ ਦੇ ਨਾਲ ਵੀ ਸੰਗ ਨਹੀਂ ਕਰਨਾ। ਸੁਪਨੇ ਮੈਂ ਪੀ ਇਨਕੀ ਸੰਗਤ। ਕਹਿੰਦੇ ਜਾਗਦਿਆਂ ਤਾਂ ਕੀ, ਜੇ ਸੁੱਤੇ ਪਏ ਸੁਪਨੇ ਵਿੱਚ ਵੀ ਇਹਨਾਂ ਦੀ ਸੰਗਤ ਨਹੀਂ ਕਰਨੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਪਨੇ ਵਿੱਚ ਵੀ ਇਹੋ ਜਿਹਿਆਂ ਦੀ ਸੰਗਤ ਨਹੀਂ ਕਰਨੀ। ਕਰੇ ਨ ਕਬਉ ਥਿਰ ਨਾ ਪੰਗਤ। ਕਦੇ ਇਹਨਾਂ ਦੀ ਪੰਗਤ ਵਿੱਚ ਨਾ ਬੈਠੇ, ਕਰਨੀ ਤਾਂ ਕਿਤੇ ਰਹੀ। ਕਦੇ ਖਲੋਵੇ ਵੀ ਨਾ, ਸੁਪਨੇ ਵਿੱਚ ਵੀ ਨਾ ਸੰਗ ਕਰੇ ਇਹੋ ਜਿਹਿਆਂ ਦਾ। ਵਿਸ਼ਿਅਨ ਤੇ ਵਿਸ਼ਈ ਨਰ ਬੁਰੋ। ਕਿਉਂ ਭਲਾ? ਕਿਉਂਕਿ ਵਿਸ਼ੇ ਵਿਕਾਰਾਂ ਨਾਲੋਂ ਉਹਨਾਂ ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲੇ ਵਿਸ਼ਈ ਜ਼ਿਆਦਾ ਦੁਖਦਾਈ ਹੁੰਦੇ ਆ। ਉਹਨੇ ਵਿਸ਼ੇ ਦੁੱਖ ਨਹੀਂ ਦਿੰਦੇ ਜਿੰਨਾ ਵਿਸ਼ਈ ਦੁੱਖ ਦਿੰਦਾ ਹੈ। ਕਿਵੇਂ? ਅੱਗੇ ਉਦਾਹਰਣ ਦਿੰਦੇ ਨੇ,
ਲਖ ਦੁਰਜਨ ਤਤ ਛਿਨ ਪਰ ਹਰੋ। ਜਿਹੜਾ ਦੁਰਜਨ ਖੋਟਾ ਬੰਦਾ ਉਹਦਾ ਸੰਗ ਉਸੇ ਵੇਲੇ ਛੱਡ ਦੇਣਾ ਹੈ। ਜਥਾ ਅਗਨ ਤੇ ਲੋਹ ਤਪਾਇਓ। ਵਿਸ਼ੇ ਨਾਲੋਂ ਵਿਸ਼ਈ ਕਿਵੇਂ ਬੁਰਾ ਹੁੰਦਾ ਹੈ? ਸੁਣੋ, ਕਹਿੰਦੇ ਅੱਗ ਦੇ ਉੱਤੇ ਲੋਹਾ ਰੱਖ ਦਿਓ, ਲੋਹਾ ਤਪ ਜਾਂਦਾ ਨਾ, ਗਰਮ ਹੋ ਜਾਂਦਾ। ਅੱਗ ਨਾਲੋਂ ਜ਼ਿਆਦਾ ਸਾੜਨ ਵਾਲਾ ਹੋ ਜਾਂਦਾ ਲੋਹਾ। ਅੱਗ ਉਹਨਾਂ ਨਹੀਂ ਸਾੜਦੀ ਜਿੰਨਾ ਲੋਹਾ ਸਾੜ ਕੇ ਰੱਖ ਦਿੰਦਾ ਹੈ, ਉਹਦੇ 'ਚ ਜ਼ਿਆਦਾ ਅੱਗ ਆ ਜਾਂਦੀ ਹੈ। ਹਾਲਾ ਹਾਂਜੀ। ਦਿਪਤ ਜਾਤ ਨੇ ਹਾਥ ਛੁਆਵੋ। ਜਦੋਂ ਲਾਲ ਸੁਰਖ ਹੋ ਜਾਂਦਾ ਉਹਨੂੰ ਛੂਹਣ ਨੂੰ ਚਿੱਤ ਨਹੀਂ ਕਰਦਾ। ਉਹ ਅੱਗ ਨਾਲ, ਅੱਗ ਹਾਲੇ ਹੋਲੇ ਸਾੜੇਗੀ, ਉਹਨੇ ਨਾਲ ਹੀ ਇਕੱਠਾ ਕਰ ਦੇਣਾ ਹੱਥ। ਤੇ ਇਦਾਂ ਜਿਹੜਾ ਵਿਸ਼ਾ ਨਾ ਉਹ ਉਹਨਾਂ ਦੁਖਦਾਈ ਨਹੀਂ ਜਿਹੜਾ ਉਹਨਾਂ ਵਿਸ਼ਿਆਂ ਨੂੰ ਭੋਗਣ ਵਾਲਾ ਵਿਸ਼ਈ ਦੁਖਦਾਈ ਹੁੰਦਾ। ਚੋਰੀ ਕਰਨ ਵਾਲਾ ਅਤਈ ਦੁਖਦਾਈ ਹੋਵੇਗਾ। ਉਹਦਾ ਜਿਹੜਾ ਭਾਵ ਹੈ ਚੋਰੀ ਕਰਨ ਦਾ ਉਹ ਘੱਟ ਹੈ, ਪਰ ਜਿਹੜਾ ਚੋਰੀ ਕਰ ਗਿਆ, ਕਰਮ ਕਰ ਗਿਆ, ਉਹ ਚੋਰੀ ਕਰਨ ਵਾਲਾ ਚੋਰ ਜ਼ਿਆਦਾ ਵੱਡਾ ਪਾਪੀ ਹੈ, ਉਹਦੇ ਨਾਲੋਂ ਜ਼ਿਆਦਾ ਦੁਖਦਾਈ ਹੈ। ਹਾਂਜੀ। ਸਤ ਸੰਗ। ਹੁਣ ਸਤ ਸੰਗਤ ਬਾਰੇ ਦੱਸਦੇ ਹਨ। ਜਨ ਸੁਸ਼ੀਲ ਕੀ ਸੰਗਤ ਕਰੀਏ। ਜਿਹੜੇ ਸੁਸ਼ੀਲ ਬਿਰਤੀ ਵਾਲੇ ਸਤਪੁਰਸ਼, ਗੁਰ ਸਿੱਖ, ਮਹਾਂਪੁਰਖ, ਉਹਨਾਂ ਦੀ ਸੰਗਤ ਕਰਨੀ ਹੈ। ਜਿਨ ਮਿਲਤੇ ਅਵਗੁਣ ਪਰ ਹਰੀਏ। ਜਿਨ੍ਹਾਂ ਨਾਲ ਮਿਲ ਕੇ ਔਗਣ ਦੂਰ ਹੋਣ, ਉਹਨਾਂ ਦੀ ਸੰਗਤ ਕਰਨੀ। ਜਿਨ੍ਹਾਂ ਨਾਲ ਮਿਲ ਕੇ ਸਾਡੀਆਂ ਮਾੜੀਆਂ ਆਦਤਾਂ ਛੁੱਟਣ, ਉਹਨਾਂ ਦਾ ਸੰਗ। ਜਿਨ੍ਹਾਂ ਨਾਲ ਜੁੜ ਕੇ ਮਾੜੀਆਂ ਆਦਤਾਂ ਲੱਗਣ, ਉਹਨਾਂ ਨਾਲ ਨਹੀਂ ਜੁੜਨਾ। ਉਹਨਾਂ ਦਾ ਸੰਗ ਕਰਨਾ ਜਿਨ੍ਹਾਂ ਨਾਲ ਮਿਲ ਕੇ ਸਾਡੀਆਂ ਮਾੜੀਆਂ ਆਦਤਾਂ ਛੁੱਟਦੀਆਂ ਜਾਣ। ਉਹ ਛੁਡਾ ਦਿੰਦੇ ਆ ਨਾ। ਕੋਈ ਕਿਸੇ ਗੁਰਸਿੱਖ ਦੀ ਸੰਗਤ ਕਰਨ ਵਾਲਾ ਕੋਈ ਵਿਕਰਮੀ ਆ ਜਾਏ, ਉਹਨੂੰ ਹੌਲੇ ਹੌਲੇ ਕਹਿੰਦੇ ਨਾ ਭਾਈ ਆਹ ਕੰਮ ਨਾ ਕਰਿਆ ਕਰ, ਆ ਵੀ ਉਹ ਫਿਰ ਸਹਿਜੇ ਸਹਿਜ ਛੱਡਦਾ। ਜੇ ਮੰਨ ਲਏ ਫਿਰ ਉਹ ਛੱਡਦਾ ਇੱਕ ਦਿਨ ਉਹਦੇ ਵਰਗਾ ਹੀ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਦਇਆ ਸਿੰਘ ਜੀ ਹੋਰ ਉਪਦੇਸ਼ ਖਾਲਸੇ ਪੰਥ ਨੂੰ ਬਖਸ਼ਿਸ਼ ਕਰ ਰਹੇ ਨੇ। ਆਪ ਜੀ ਨੇ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰਨਾ। ਗੁਰੂ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਕਥਾ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਸਤਿਨਾਮ ਵਾਹਿਗੁਰੂ, 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 ਸਤਿ